ਟਾਈਮ ਪਾਸ ਦੇ ਤੌਰ ਤੇ ਜਿਵੇਂ ਬੰਦੇ ਬਹੁਤ ਜ਼ਿਆਦਾ ਕਹਿ ਦਿੰਦੇ ਆ ਵੀ ਮੈਂ ਤਾਂ ਸਿਰਫ ਟਾਈਮ ਪਾਸ ਕਰ ਰਿਹਾ ਸੀਗਾ ਹੈ ਨਾ। ਜੇ ਤੁਸੀਂ ਇਹ ਚੀਜ਼ ਨਹੀਂ ਸਹਿ ਸਕਦੇ ਹੈਗੇ ਕਿ ਤੁਹਾਡੇ ਪਾਰਟਨਰ ਦਾ ਕਿਸੇ ਹੋਰ ਤੁਹਾਡੇ ਤੋਂ ਇਲਾਵਾ ਕਿਸੇ ਹੋਰ ਨਾਲ ਰਿਲੇਸ਼ਨ ਹੋਵੇ ਤਾਂ ਤੁਹਾਨੂੰ ਵੀ ਇਹ ਚੀਜ਼ ਸਮਝਣੀ ਪਊਗੀ ਵੀ ਸਹਿਣਾ ਉਹਨੇ ਵੀ ਨਹੀਂ। ਪਰ ਗੱਲ ਉੱਥੇ ਆ ਕੇ ਗਲਤ ਹੁੰਦੀ ਆ ਵੀ ਜਦੋਂ ਅਸੀਂ ਇਸ ਤੱਕੜੀ 'ਚ ਤੋਲਣਾ ਸ਼ੁਰੂ ਕਰਦੇ ਹਾਂ ਤਾਂ ਅਸੀਂ ਬੰਦੇ ਨੂੰ ਬਰੀ ਕਰ ਦਿੰਦੇ ਹਾਂ ਤੇ ਔਰਤ ਦੇ ਉੱਤੇ ਉਹ ਭਾਰ ਆ ਜਿਹੜਾ ਉਹ ਦੁੱਗਣਾ ਕਰ ਦਿੰਦੇ ਆ, ਹੈ ਨਾ। ਇਹ ਬਹੁਤ ਵੱਡਾ ਮੈਂਟਲ ਟੌਰਚਰ ਆ ਭੈਣੇ, ਚਾਹੇ ਮੁੰਡੇ ਦੇ ਲਈ ਕੁੜੀ ਦੇ ਲਈ। ਇਹ ਤਾਂ ਆਪਾਂ ਇਹ ਕਹਿ ਸਕਦੇ ਵੀ ਜਿਵੇਂ ਜਦੋਂ ਕਿਸੇ ਬੇਗੁਨਾਹ ਨੂੰ ਸਜ਼ਾ ਹੋ ਜਾਂਦੀ ਆ। ਲਾਈਫ 'ਚ ਮੈਂ ਸੋਚਿਆ ਸੀ ਕਿ ਮੈਨੂੰ ਜਿਹੜਾ ਮੇਰੇ ਨਾਲ ਦਾ ਸਾਥੀ ਉਹ ਐਵੇਂ ਦਾ ਨਹੀਂ ਮਿਲਿਆ। ਉਦੋਂ ਵੀ ਮੈਨੂੰ ਲੱਗਦਾ ਵੀ ਬਹੁਤ ਸਾਰੇ ਹਾਲਾਤਾਂ 'ਚ ਇਹ ਚੀਜ਼ਾਂ ਵਾਪਰਦੀਆਂ ਨੇ। ਬਾਹਰ ਰਿਸ਼ਤੇ ਬਣਦੇ ਨੇ ਤਾਂ ਉਹ ਵੀ ਤਾਂ ਇੱਕ ਔਰਤ ਦੇ ਨਾਲ ਹੀ ਬਣਦੇ ਨੇ। ਸੋ ਇਸ ਕਰਕੇ ਆਪਾਂ ਔਰਤਾਂ ਨੂੰ ਇਸ ਚੀਜ਼ ਤੋਂ ਬਰੀ ਨਹੀਂ ਕਰ ਸਕਦੇ ਹੈਗੇ। ਜਿਹੜਾ ਤੁਸੀਂ ਟਾਈਮ ਆਪਦੇ ਘਰੇ ਆਪਦੇ ਪਰਿਵਾਰ ਨੂੰ ਦੇਣਾ ਤਾਂ ਉਹ ਤਾਂ ਸ਼ੋਰ ਹੈ ਕਿ ਤੁਸੀਂ ਬਾਹਰ ਵੀ ਕਿਤੇ ਵੰਡਣਾ ਸ਼ੁਰੂ ਕਰੋਗੇ, ਹੈ ਨਾ। ਤੁਸੀਂ ਆਪਣੇ ਬੱਚਿਆਂ ਦੇ ਲਈ ਇੱਕ ਐਗਜ਼ਾਮਪਲ ਹੋ, ਕਿਉਂਕਿ ਜਦੋਂ ਉਹ ਆਪਣੀ ਅਗਲੀ ਜ਼ਿੰਦਗੀ ਸ਼ੁਰੂ ਕਰਨਗੇ ਤਾਂ ਉਹ ਹਮੇਸ਼ਾ ਆਪਣੇ ਮਾਂ-ਬਾਪ ਦਾ ਰਿਸ਼ਤਾ ਦੇਖਣਗੇ ਆਪਦੇ ਜਦੋਂ ਕਿਸੇ ਇੱਕ ਰਿਸ਼ਤੇ ਦੇ ਵਿੱਚ ਜਾਣਗੇ। ਜੇ ਕਿਸੇ ਔਰਤ ਨੇ ਖੜ ਕੇ ਕਿਸੇ ਤੀਜੇ ਬੰਦੇ ਨਾਲ ਗੱਲ ਵੀ ਕਰ ਲਈ, ਕੀ ਉਹਦਾ ਘਰ ਵਾਲਾ ਇਹ ਚੀਜ਼ ਬਰਦਾਸ਼ਤ ਕਰ ਲੈਂਦਾ? ਮੈਨੂੰ ਲੱਗਦਾ ਇਸ ਚੀਜ਼ ਨੂੰ ਹੁਣ ਉਹ ਟਾਈਮ ਨਹੀਂ ਹੈਗਾ ਵੀ ਸਪੋਰਟ ਕਰਨ ਵਾਲਾ, ਵੀ ਤੁਸੀਂ ਸਪੋਰਟ ਕਰੋ ਵੀ ਹਾਂ ਇਹ ਚੀਜ਼ ਸਹੀ ਹੋਈ ਹੈ। ਵੀ ਸੋਸ਼ਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਦੀਪ ਗਰੇਵਾਲ ਅਤੇ ਭੈਣ ਰੁਪਿੰਦਰ ਸੰਧੂ ਸਵਾਗਤ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਹੈ ਠੀਕ ਠਾਕ ਹੋਵੋਗੇ। ਪਿਛਲੀ ਵਾਰ ਦਾ ਜਿਹੜਾ ਗੱਲ ਤੇ ਗੱਲ ਆਪਣਾ ਐਪੀਸੋਡ ਗਿਆ ਸੀਗਾ ਬੱਚਿਆਂ ਦਾ ਤੇ ਪੇਰੈਂਟਸ ਦਾ ਵੀ ਟਾਈਮ ਕਿੰਨਾ ਜ਼ਿਆਦਾ ਜ਼ਰੂਰੀ ਹੈ ਬੱਚਿਆਂ ਦੇ ਲਈ, ਤਾਂ ਉਹ ਐਪੀਸੋਡ ਦੇ ਕਮੈਂਟ ਸੈਕਸ਼ਨ ਦੇ ਵਿੱਚ ਕਿਸੇ ਇੱਕ ਵਿਊਅਰ ਨੇ ਆ ਕੇ ਕਮੈਂਟ ਕੀਤਾ ਸੀਗਾ ਕਿ ਸਾਨੂੰ ਐਕਸਟਰਾ ਮੈਰਿਟਲ ਅਫੇਅਰਸ ਦਾ ਜਿਹੜਾ ਟੌਪਿਕ ਹੈ ਜਾਂ ਮੁੱਦਾ ਇਹਦੇ ਤੇ ਸਾਨੂੰ ਜ਼ਰੂਰ ਗੱਲ ਕਰਨੀ ਚਾਹੀਦੀ ਹੈ। ਸੋ ਅੱਜ ਇਸੇ ਵਿਸ਼ੇ ਤੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ। ਕੀ ਲੱਗਦਾ ਭੈਣੇ ਵੀ ਲੋਕ ਇੱਕ ਪਰਮਾਨੈਂਟ ਰਿਸ਼ਤੇ ਦੇ ਵਿੱਚ ਹੋਣ ਦੇ ਬਾਵਜੂਦ ਵੀ ਟੈਂਪਰੇਰੀ ਰਿਸ਼ਤੇ ਕਿਉਂ ਭਾਲਦੇ ਨੇ ਜ਼ਿੰਦਗੀ 'ਚ? ਗੁਰਦੀਪ ਮੈਨੂੰ ਲੱਗਦਾ ਵੀ ਬਹੁਤ ਸਾਰੀਆਂ ਚੀਜ਼ਾਂ ਆਪਾਂ ਕਿਸੇ ਇੱਕ ਚੀਜ਼ ਨੂੰ ਨਹੀਂ ਕਾਰਨ ਮੰਨ ਸਕਦੇ, ਹੈ ਨਾ। ਵੀ ਮਤਲਬ ਇਹ ਚੀਜ਼ਾਂ ਅਚਾਨਕ ਇੱਕ ਦਿਨ ਵੀ ਨਹੀਂ ਸ਼ੁਰੂ ਹੁੰਦੀਆਂ। ਹਾਂ, ਬਹੁਤ ਸਾਰੀਆਂ ਚੀਜ਼ਾਂ ਤੁਹਾਡੀਆਂ ਆਦਤਾਂ ਹੋ ਸਕਦੀਆਂ ਨੇ ਵੀ ਚਲੋ ਮੰਨ ਲਓ ਵੀ ਕੋਈ ਬੰਦਾ ਕਿਸੇ ਲਈ ਨਹੀਂ ਓਨੈਸਟ ਰਹਿ ਸਕਦਾ, ਹੈ ਨਾ, ਤਾਂ ਉਹਦੀ ਇੱਕ ਆਦਤ ਹੋ ਸਕਦੀ ਹੈ। ਜ਼ਿਆਦਾਤਰ ਲੋਕ ਇਹ ਸੋਚ ਦਿੰਦੇ ਆ ਵੀ ਇਹ ਆਦਤ ਬੰਦਿਆਂ 'ਚ ਜ਼ਿਆਦਾ ਹੁੰਦੀ ਹੈ ਨਾ, ਵੀ ਬਾਹਰ ਤੁਸੀਂ ਇੱਕ ਰਿਸ਼ਤਾ ਬਣਾ ਲੈਂਦੇ ਹੋ, ਤੁਸੀਂ ਕਈ ਵਾਰੀ ਇਹ ਸੋਚ ਕੇ ਵੀ ਬਣਾ ਲੈਂਦੇ ਹੋ ਵੀ ਇਹ ਕੋਈ ਚਲੋ ਲੰਮਾ ਚੱਲਣ ਵਾਲਾ ਰਿਸ਼ਤਾ ਨਹੀਂ, ਇੱਕ ਟਾਈਮ ਪਾਸ ਦੇ ਤੌਰ ਤੇ ਜਿਵੇਂ ਬੰਦੇ ਬਹੁਤ ਜ਼ਿਆਦਾ ਕਹਿ ਦਿੰਦੇ ਆ ਵੀ ਮੈਂ ਤਾਂ ਸਿਰਫ ਟਾਈਮ ਪਾਸ ਕਰ ਰਿਹਾ ਸੀਗਾ, ਹੈ ਨਾ। ਮਤਲਬ ਹੋ ਸਕਦਾ ਕੋਈ ਵੀ ਰਿਲੇਸ਼ਨ ਕਿਸੇ ਵੀ ਟਾਈਮ ਤੇ ਕਿਸੇ ਵੀ ਉਮਰ 'ਚ ਕਿਸੇ ਨਾਲ ਹੋ ਸਕਦਾ, ਪਰ ਮੈਨੂੰ ਲੱਗਦਾ ਹੁੰਦਾ ਵੀ ਜਦੋਂ ਤੁਹਾਡਾ ਵਿਆਹ ਹੋ ਗਿਆ, ਹੈ ਨਾ, ਵਿਆਹ ਦਾ ਮਤਲਬ ਇਹੀ ਹੁੰਦਾ ਵੀ ਜ਼ਿੰਦਗੀ ਦੇ ਵਿੱਚ ਤੁਸੀਂ ਹੁਣ ਇੱਕ ਪਾਰਟਨਰ ਤੁਹਾਨੂੰ ਮਿਲ ਗਿਆ ਜਿਹਦੇ ਨਾਲ ਦੁੱਖ ਤੇ ਸੁੱਖ ਤੁਸੀਂ ਦੋਨਾਂ ਹਾਲਾਤਾਂ ਦੇ ਵਿੱਚ ਨਿਭਾਉਣਾ ਹੈ ਨਾ। ਪਰ ਕਈ ਵਾਰੀ ਇਹ ਹੁੰਦਾ ਕਿ ਕਿਸੇ ਸਟੇਜ ਤੇ ਆ ਕੇ ਤੁਹਾਨੂੰ ਲੱਗਦਾ ਹੈ ਕਿ ਮੈਂ ਜ਼ਿੰਦਗੀ 'ਚ ਜੋ ਇਹਦੇ ਨਾਲ ਸੋਚਿਆ ਸੀਗਾ, ਹੈ ਨਾ, ਜਾਂ ਜੋ ਮੇਰੇ ਸੁਪਨੇ ਸੀ ਜਾਂ ਜਿਵੇਂ ਦਾ ਲਾਈਫ 'ਚ ਮੈਂ ਸੋਚਿਆ ਸੀ ਕਿ ਮੈਨੂੰ ਜਿਹੜਾ ਮੇਰੇ ਨਾਲ ਦਾ ਸਾਥੀ ਉਹ ਐਵੇਂ ਦਾ ਨਹੀਂ ਮਿਲਿਆ। ਉਦੋਂ ਵੀ ਮੈਨੂੰ ਲੱਗਦਾ ਵੀ ਬਹੁਤ ਸਾਰੇ ਹਾਲਾਤਾਂ 'ਚ ਇਹ ਚੀਜ਼ਾਂ ਵਾਪਰਦੀਆਂ ਨੇ, ਹੈ ਨਾ। ਪਰ ਜੇ ਨੋਰਮਲ ਹਾਲਾਤ 'ਚ ਇਹ ਚੀਜ਼ਾਂ ਵਾਪਰਦੀਆਂ ਨੇ ਜਾਂ ਫਿਰ ਇਹ ਕਹਿ ਲਓ ਵੀ ਕਿਸੇ ਵੀ ਰਿਲੇਸ਼ਨ ਦੀ ਸ਼ੁਰੂਆਤ ਆ ਜਿਹੜੀ ਉਦੋਂ ਹੋਣੀ ਚਾਹੀਦੀ ਹੈ ਜਦੋਂ ਪਹਿਲਾ ਇੱਕ ਰਿਲੇਸ਼ਨ ਜਿਹੜਾ ਖਤਮ ਹੋ ਚੁੱਕਿਆ, ਹੈ ਨਾ। ਪਰ ਜੇ ਤੁਸੀਂ ਇੱਕ ਰਿਲੇਸ਼ਨ 'ਚ ਆਲਰੇਡੀ ਹੈਗੇ ਹੋ, ਹੈ ਨਾ, ਮੇਰਾ ਕਿਸੇ ਨਾਲ ਵਿਆਹ ਹੋਇਆ ਜਾਂ ਤੁਹਾਡਾ ਕਿਸੇ ਨਾਲ ਵਿਆਹ ਹੋਇਆ ਉਸ ਤੋਂ ਬਾਅਦ ਵੀ ਮੈਂ ਕਹਿੰਦੀ ਹਾਂ ਵੀ ਤੁਸੀਂ ਬੂਹੇ ਬਾਰੀਆਂ ਖੋਲ੍ਹ ਕੇ ਬਾਹਰ ਝਾਕ ਰਹੇ ਹੋ ਤੇ ਇੱਕ ਹੋਰ ਰਿਸ਼ਤਾ ਨਿਭਾ ਰਹੇ ਹੋ, ਫਿਰ ਇਹ ਚੀਜ਼ਾਂ ਬਹੁਤ ਗਲਤ ਹੋ ਕੇ ਵਾਪਰਦੀਆਂ ਨੇ, ਹੈ ਨਾ। ਤੇ ਹੁਣ ਦੇ ਦੌਰ 'ਚ ਥੋੜ੍ਹਾ ਜਿਹਾ ਜ਼ਿਆਦਾ ਹੋ ਗਿਆ। ਤੇ ਜੇ ਕਾਰਨ ਦੇਖੀਏ, ਕਾਰਨ ਜਿਵੇਂ ਇਸ ਚੀਜ਼ ਨੂੰ ਤਾਂ ਮੈਂ ਕਹਿੰਦੀ ਹਾਂ ਵੀ ਇੱਕ ਬਹੁਤ ਵੱਡੀ ਕਿਤਾਬ ਲਿਖੀ ਜਾ ਸਕਦੀ ਹੈ ਵੀ ਹਰ ਬੰਦੇ ਨੂੰ ਜਿਹਨੂੰ ਤੁਸੀਂ ਪੁੱਛੋਗੇ ਜਾਂ ਜਿਹਦੇ ਬਾਰੇ ਤੁਹਾਨੂੰ ਇਹੋ ਜਿਹੀ ਕੋਈ ਗੱਲ ਪਤਾ ਚੱਲੇਗੀ ਤਾਂ ਉਹਦੇ ਕੋਲ ਆਪਣਾ ਇੱਕ ਕਾਰਨ ਹੋਊਗਾ, ਹੈ ਨਾ। ਬਾਕੀ ਤੁਸੀਂ ਵੀ ਜਿਵੇਂ ਆਲੇ ਦੁਆਲੇ ਦੇਖਦੇ ਹੋ ਤਾਂ ਤੁਹਾਨੂੰ ਇਸ ਚੀਜ਼ ਬਾਰੇ ਕੀ ਲੱਗਦਾ? ਪਹਿਲੀ ਗੱਲ ਤਾਂ ਮੈਂ ਪੂਰੀ ਤਰ੍ਹਾਂ ਦੇ ਨਾਲ ਅਸਹਿਮਤ ਹਾਂ ਇਸ ਚੀਜ਼ ਦੇ ਨਾਲ ਵੀ ਸਾਨੂੰ ਇੱਕ ਰਿਸ਼ਤੇ 'ਚ ਹੁੰਦਿਆਂ ਹੋਇਆਂ ਕੋਈ ਦੂਜਾ ਰਿਸ਼ਤਾ ਬਣਾਉਣਾ ਚਾਹੀਦਾ, ਹੈ ਨਾ, ਚਾਹੇ ਉਹਦੇ ਲਈ ਕੋਈ ਵੀ ਕਾਰਨ ਜ਼ਿੰਮੇਵਾਰ ਹੋਵੇ। ਪਰ ਇੱਥੇ ਸਾਨੂੰ ਜ਼ਰੂਰ ਉਹਨਾਂ ਕਾਰਨਾਂ ਬਾਰੇ ਵੀ ਗੱਲ ਕਰਨੀ ਪੈਣੀ ਆ, ਹੈ ਨਾ, ਵੀ ਕਿਉਂ ਇੱਦਾਂ ਦਾ ਮਾਹੌਲ ਬਣਦਾ ਵਾ ਕਿ ਕੋਈ ਵੀ ਇੱਕ ਬੰਦਾ ਜਾਂ ਫਿਰ ਇੱਕ ਜਨਾਨੀ, ਹੈ ਨਾ, ਇੱਕ ਰਿਸ਼ਤੇ 'ਚ ਹੋਣ ਦੇ ਬਾਵਜੂਦ ਫਿਰ ਉਹ ਬਾਹਰ ਕੋਈ ਇੱਕ ਇੱਦਾਂ ਦਾ ਰਿਸ਼ਤਾ ਭਾਲਦਾ ਜਿਹਦੇ 'ਚ ਉਹਨੂੰ ਲੱਗਦਾ ਕਿ ਇਹਦੇ ਨਾਲ ਜਾਂ ਫਿਰ ਮੈਂ ਇਸ ਪਰਸਨ ਦੇ ਨਾਲ ਜਾਂ ਇਸ ਰਿਸ਼ਤੇ ਦੇ ਵਿੱਚ ਮੈਂ ਜ਼ਿਆਦਾ ਖੁਸ਼ ਰਹਿ ਸਕਦਾ ਹੈ ਨਾ। ਜਿਵੇਂ ਤੁਸੀਂ ਕਿਹਾ ਕਿ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਤਾਂ ਇੱਕ ਮੈਨੂੰ ਲੱਗਦਾ ਇਹ ਵੀ ਹੋ ਸਕਦਾ ਵਾ ਵੀ ਜਦੋਂ ਜਿਹੜਾ ਆਪਣਾ ਲਾਈਫ ਪਾਰਟਨਰ ਆ, ਹੈ ਨਾ,
ਵਿਆਹ ਤੋਂ ਪਹਿਲਾਂ ਵੀ ਕਈ ਵਾਰ ਇਹ ਨਹੀਂ ਹੁੰਦਾ ਵੀ ਘਰ ਦੇ ਥੋੜਾ ਧੱਕਾ ਕਰ ਜਾਂਦੇ ਨੇ ਵਿਆਹ ਕਰਨ ਦੇ ਵਿੱਚ, ਹਨਾ, ਵੀ ਜਾਂ ਮੁੰਡੇ ਦੇ ਨਾਲ ਵੀ ਤੇ ਕੁੜੀ ਦੇ ਨਾਲ ਵੀ। ਆਪਾਂ ਇੱਕ ਇਹ ਵੀ ਚੀਜ਼ ਸਾਨੂੰ ਕਲੀਅਰ ਕਰ ਦੇਣੀ ਚਾਹੀਦੀ ਹੈ ਵੀ ਜਿਹੜੇ ਆਪਾਂ ਕਹਿ ਸਕਦੇ ਹਾਂ ਨਜਾਇਜ਼ ਰਿਸ਼ਤੇ ਹੁੰਦੇ ਨੇ ਉਹ ਜ਼ਰੂਰੀ ਨਹੀਂ ਮਰਦ ਦੇ ਹੀ ਹੁੰਦੇ ਨੇਗੇ, ਉਹ ਔਰਤ ਦੇ ਵੀ ਹੁੰਦੇ ਨੇ ਨਾ। ਜਿਵੇਂ ਤੁਸੀਂ ਜਦੋਂ ਕਹਿੰਦੇ ਹੋ, ਆਪਾਂ ਹਮੇਸ਼ਾ ਗੱਲ ਕਰਦੇ ਹੁੰਦੇ ਹਾਂ ਵੀ ਜਿਹੜੇ ਮਰਦਾਂ ਦੇ ਬਾਹਰ ਰਿਸ਼ਤੇ ਬਣਦੇ ਨੇ ਤਾਂ ਉਹ ਵੀ ਤਾਂ ਇੱਕ ਔਰਤ ਦੇ ਨਾਲ ਹੀ ਬਣਦੇ ਨੇ। ਸੋ ਇਸ ਕਰਕੇ ਆਪਾਂ ਔਰਤਾਂ ਨੂੰ ਇਸ ਚੀਜ਼ ਤੋਂ ਬਰੀ ਨਹੀਂ ਕਰ ਸਕਦੇ ਹੈਗੇ ਕਿ ਨਹੀਂ ਉਹ ਇਸ ਚੀਜ਼ 'ਚ ਇਨਵੋਲਵ ਨਹੀਂ ਹੁੰਦੀਆਂ ਹੈਗੀਆਂ ਨਾ। ਇੱਕ ਜਿਹੜਾ ਮੈਨੂੰ ਕਾਰਨ ਇਹ ਵੀ ਲੱਗਦਾ ਹੁੰਦਾ ਵਾ, ਮੰਨ ਲਓ ਵੀ ਕਿਸੇ ਇੱਕ ਮੁੰਡੇ ਦਾ ਵਿਆਹ ਹੋਣ ਲੱਗਿਆ ਹੈ ਨਾ, ਜਾਂ ਉਹ ਮੁੰਡਾ ਪੜ੍ਹਿਆ ਲਿਖਿਆ ਜਾਂ ਉਹ ਮੁੰਡਾ ਘੱਟ ਪੜ੍ਹਿਆ ਹੈ ਨਾ, ਤਾਂ ਕਈ ਵਾਰੀ ਰਿਸ਼ਤੇਦਾਰ ਬਹੁਤ ਜ਼ੋਰ ਪਾ ਕੇ ਕਹਿ ਦਿੰਦੇ ਨੇ, ਨਹੀਂ ਜੀ ਤੁਸੀਂ ਸਾਡੀ ਰਿਸ਼ਤੇਦਾਰੀ ਦੇ ਵਿੱਚੋਂ ਮੁੰਡਾ ਵਾ ਹੈ ਨਾ, ਖਾਂਦਾ ਪੀਂਦਾ ਕੁਛ ਨਹੀਂ ਪਰ ਘੱਟ ਪੜ੍ਹਿਆ ਲਿਖਿਆ, ਜਾਂ ਕੁੜੀ ਦੇ ਲਈ ਉਹ ਰਿਸ਼ਤਾ ਤੁਸੀਂ ਕਰ ਦਿੰਦੇ ਹੋ ਨਾ, ਤੇ ਕੁੜੀ ਪੜ੍ਹੀ ਲਿਖੀ ਹੁੰਦੀ ਆ। ਘਰਦਿਆਂ ਨੂੰ ਇਹ ਹੁੰਦਾ ਵੀ ਅੱਜ ਦੇ ਟਾਈਮ ਦੇ ਵਿੱਚ ਜੇ ਮੁੰਡਾ ਖਾਂਦਾ ਪੀਂਦਾ ਨਹੀਂ ਹੈਗਾ ਤਾਂ ਇਸ ਤੋਂ ਵੱਡੀ ਕੋਈ ਗੱਲ ਹੋਰ ਹੋ ਹੀ ਨਹੀਂ ਸਕਦੀ ਹੈ ਨਾ। ਪਰ ਉੱਥੇ ਮੈਨੂੰ ਲੱਗਦਾ ਵੀ ਇੱਕ ਪੜ੍ਹੀ ਲਿਖੀ ਕੁੜੀ ਦਾ ਹੈ ਨਾ ਅਨਪੜ੍ਹ ਬੰਦੇ ਦੇ ਨਾਲ ਜਾਂ ਫਿਰ ਘੱਟ ਪੜ੍ਹੇ ਲਿਖੇ ਬੰਦੇ ਦੇ ਨਾਲ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹਦਾ ਮੁੰਡੇ ਦਾ ਕਸੂਰ ਆ, ਪਰ ਕਿਤੇ ਨਾ ਕਿਤੇ ਜਿਹੜਾ ਮੈਚੋਰਿਟੀ ਜਾਂ ਇੰਟੈਲੈਕਚੁਅਲ ਲੈਵਲ ਆ ਦੋਨਾਂ ਦਾ ਅਲੱਗ-ਅਲੱਗ ਹੋਊਗਾ ਨਾ, ਦੋਨਾਂ ਦੇ ਗੱਲਬਾਤ ਦੇ ਇੰਟਰਸਟ ਅਲੱਗ ਹੋਣਗੇ, ਉਹ ਵੀ ਇੱਕ ਬਣ ਜਾਂਦਾ ਆ ਵੀ ਉਹ ਇੱਕ ਦੂਜੇ ਨਾਲ ਉਸ ਰਿਸ਼ਤੇ 'ਚ ਖੁਸ਼ ਨਹੀਂ ਰਹਿ ਪਾਉਂਦੇ। ਤੇ ਮੁੰਡਿਆਂ ਦੇ ਕੇਸ ਵਿੱਚ ਬਹੁਤ ਵਾਰ ਆਪਾਂ ਇਹ ਦੇਖਿਆ ਵਾ ਵੀ ਉਹਦੇ ਨਾਲ ਵੀ ਜਦੋਂ ਉਹਦਾ ਵਿਆਹ ਹੁੰਦਾ ਆਪਾਂ ਥੋੜਾ ਧੱਕਾ ਕਰ ਦਿੰਦੇ ਕਈ ਵਾਰੀ ਵੀ ਨਾ, ਵੀ ਨਹੀਂ ਇਹ ਰਿਸ਼ਤੇਦਾਰੀ 'ਚੋਂ ਕੁੜੀ ਆ, ਜਾਂ ਕਈ ਵਾਰ ਘਰ ਦੇ ਕਹਿ ਦਿੰਦੇ ਨੇ ਵੀ ਨਹੀਂ ਫਲਾਣਾ ਕੀ ਕਹੂਗਾ, ਹੁਣ ਤਾਂ ਅਸੀਂ ਦੇਖ ਆਂਦੀ ਕੁੜੀ ਜਾਂ ਸ਼ਗਨ ਪਾਤਾ ਹੈ ਨਾ। ਤਾਂ ਉਹ ਵੀ ਹੁੰਦਾ ਵੀ ਜਦੋਂ ਮੁੰਡੇ ਨੂੰ ਆਪਦੀ ਚੋਇਸ ਦਾ ਮੈਚ ਨਹੀਂ ਮਿਲਦਾ ਹੈਗਾ, ਵੀ ਉਹਨੂੰ ਉਹ ਲੱਗਦਾ ਕਿ ਹਾਂ ਇਹ ਮੇਰੇ ਬਰੋਬਰ ਦੀ ਨਹੀਂ ਹੈਗੀ, ਬਰੋਬਰ ਦਾ ਇਨ ਦਾ ਸੈਂਸ ਵੀ ਜਿਵੇਂ ਆਪਾਂ ਕੁੜੀ ਦੇ ਮਾਮਲੇ 'ਚ ਗੱਲ ਕਰਦੇ ਹਾਂ ਨਾ, ਤਾਂ ਉੱਥੇ ਵੀ ਲੱਗਦਾ ਹੁੰਦਾ ਵਾ ਵੀ ਜਦੋਂ ਮਿਸ ਮੈਚ ਰਿਸ਼ਤੇ ਬਣਦੇ ਨੇ ਤਾਂ ਫਿਰ ਓਬਵੀਅਸਲੀ ਜਦੋਂ ਉਹਨੂੰ ਲੱਗੂਗਾ ਵੀ ਮੇਰੀ ਕੰਪੈਟੇਬਿਲਿਟੀ ਮੇਰੇ ਪਾਰਟਨਰ ਦੇ, ਮੇਰੇ ਹਮਸਫਰ ਦੇ ਨਾਲ ਉਸ ਤਰੀਕੇ ਦੀ ਨਹੀਂ ਬਣ ਰਹੀ ਹੈਗੀ, ਤਾਂ ਵੀ ਨਜਾਇਜ਼ ਸੰਬੰਧ ਜ਼ਰੂਰ ਬਣਦੇ ਨੇ ਨਾ। ਤੇ ਤੀਜਾ ਵਰਗ ਆਪਣਾ ਥੋੜਾ ਚਾਂਬਲਿਆ ਹੋਇਆ ਵੀ ਹੁੰਦਾ ਜਿਹੜਾ ਬਿਨਾਂ ਕਿਸੇ ਕਾਰਨ ਤੋਂ ਜਾ ਕੇ, ਜਿਨ੍ਹਾਂ ਦਾ ਵੈਸੇ ਹੀ ਜਿਹਨਾਂ ਨੂੰ ਚੰਗਾ ਲੱਗਦਾ ਵਾ ਵੀ ਇਹ ਤਾਂ ਜ਼ਿੰਦਗੀ ਦਾ ਪਾਰਟ ਆ ਨਾ, ਵੀ ਇੱਕ ਉਮਰ ਤੋਂ ਬਾਅਦ ਜਾ ਕੇ ਤਾਂ ਮੈਂ ਬਸ ਆਪਦੀ ਘਰ ਵਾਲੀ ਦਾ ਤੇ ਆਪਦੇ ਬੱਚਿਆਂ ਦਾ ਹੀ ਹੋਣਾ ਆ। ਪਰ ਹੈ ਨਾ ਇਹ ਇੱਕ ਜਿਹੜੀ ਉਮਰ ਆ ਵੀ ਜਿਵੇਂ 30 ਤੋਂ ਪਹਿਲਾਂ ਜਾਂ ਫਿਰ 35 ਤੋਂ ਪਹਿਲਾਂ ਆਪਾਂ ਸੋਚਦੇ ਹਾਂ ਵੀ ਹਲੇ ਤਾਂ ਮੈਂ ਜਵਾਨ ਆ, ਹਲੇ ਤਾਂ ਮੇਰੇ ਕੋਲ ਬਹੁਤ ਮੌਕੇ ਨੇ ਹੈ ਨਾ, ਤੇ ਉਹ ਚੀਜ਼ਾਂ ਵੀ ਅਸੀਂ ਇਗਨੋਰ ਨਹੀਂ ਕਰਦੇ ਹੈਗੇ ਹੈ ਨਾ। ਤਾਂ ਉਹ ਵੀ ਇੱਕ ਰੀਜ਼ਨ ਹੁੰਦਾ ਵਾ ਜਿਹੜਾ ਮੈਨੂੰ ਲੱਗਦਾ ਕਿ ਬਹੁਤ ਕੋਈ ਵੈਲਿਡ ਰੀਜ਼ਨ ਨਹੀਂ ਹੈਗਾ ਵੀ ਜਦੋਂ ਤੁਸੀਂ ਕਹੋ ਵੀ ਜਾ ਕੇ ਵੀ ਮੈਂ ਖੁਸ਼ ਨਹੀਂ ਸੀਗਾ ਤੇ ਮੈਂ ਬਾਹਰ ਜਾ ਕੇ ਕੋਈ ਆਪਣਾ ਰਿਸ਼ਤਾ ਬਣਾਇਆ ਹੈ ਨਾ। ਪਰ ਇਹਦੇ ਵਿੱਚ ਆਪਾਂ ਨੂੰ ਨਾਲ ਦੀ ਨਾਲ ਜਿਵੇਂ ਆਪਾਂ ਕਹੀਏ ਵੀ ਬਹੁਤ ਲੋਕੀ ਬਿਮਾਰ ਨੇ, 98% ਲੋਕ ਨੇ ਜਿਹੜੇ ਸਾਡੇ ਦਿਮਾਗੀ ਤੌਰ ਤੇ ਬਿਮਾਰ ਨੇ, ਪਰ ਅਸੀਂ ਮੰਨੀਏ ਚਾਹੇ ਨਾ ਮੰਨੀਏ ਨਾ, ਉਹਦੇ ਵਿੱਚ ਇਹ ਵੀ ਚੀਜ਼ਾਂ ਆ ਜਾਂਦੀਆਂ ਨੇ ਵੀ ਜਦੋਂ ਕਿਸੇ ਇੱਕ ਬੰਦੇ ਦਾ ਜਾਂ ਕਿਸੇ ਵੀ ਜਨਾਨੀ ਦਾ ਕੋਈ ਨਜਾਇਜ਼ ਰਿਸ਼ਤਾ ਬਣਦਾ ਆ ਤਾਂ ਉਹਦੇ ਵਿੱਚ ਕੌਣ ਸਫਰ ਕਰਦਾ ਆ ਹੈ ਨਾ। ਉਹਦੇ ਵਿੱਚ ਬੱਚੇ ਵੀ ਸਫਰ ਕਰਦੇ ਨੇ, ਉਹ ਦੋਨੋਂ ਆਪਸ ਦੇ ਵਿੱਚ ਤਾਂ ਕਰਦੇ ਨੇਗੇ ਹੈ ਨਾ। ਪਰ ਸਾਨੂੰ ਇਹਨਾਂ ਚੀਜ਼ਾਂ 'ਤੇ ਗੱਲ ਕਰਨੀ ਪਊਗੀ ਵੀ ਜਿਹੜੀ ਤੁਹਾਡੀ ਉਹ ਮੈਂਟਲ ਸਿਚੁਏਸ਼ਨ ਆ ਉਹ ਤੁਹਾਨੂੰ ਕਿੱਥੇ ਲੈ ਜਾਂਦੀ ਆ ਹੈ ਨਾ, ਉਹਨਾਂ ਚੀਜ਼ਾਂ ਬਾਰੇ ਵੀ ਸਾਨੂੰ ਜ਼ਰੂਰ ਗੱਲ ਕਰਨੀ ਪਊਗੀ, ਬਜਾਏ ਇਸ ਦੇ ਕੀ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ। ਇਹ ਸਾਨੂੰ ਪਤਾ ਹੀ ਹੈ ਵੀ ਜਦੋਂ ਨਜਾਇਜ਼ ਹੀ ਲੱਗ ਗਿਆ ਦਾ ਮਤਲਬ ਵੀ ਉਹ ਨਹੀਂ ਹੋਣਾ ਚਾਹੀਦਾ ਹੈ ਨਾ। ਪਰ ਉਹਨਾਂ ਚੀਜ਼ਾਂ ਦਾ ਭੁਗਤਾਨ ਫਿਰ ਆਪਾਂ ਕਿਹੜੇ ਜ਼ਰੀਏ ਕਰਦੇ ਹਾਂ, ਉਹਨਾਂ ਚੀਜ਼ਾਂ ਬਾਰੇ ਵੀ ਮੈਨੂੰ ਲੱਗਦਾ ਸਭ ਤੋਂ ਪਹਿਲਾਂ ਗੱਲ ਉਹ ਹੋਣੀ ਚਾਹੀਦੀ ਹੈ। ਚੀਜ਼ ਬਾਰੇ ਗੱਲ ਕਰੀਏ ਗੁਰਦੀਪ, ਮੈਨੂੰ ਲੱਗਦਾ ਵੀ ਦੇਖੋ ਇੱਕ ਪਰਿਵਾਰ ਬਣ ਜਾਂਦਾ ਹੈ ਨਾ, ਪਰਿਵਾਰ ਦੇ ਵਿੱਚ ਸਾਰੇ ਜੀ ਹੁੰਦੇ ਨੇ, ਉਹਦੇ 'ਚ ਹਸਬੈਂਡ ਵੀ ਆ, ਉਹਦੇ 'ਚ ਵਾਈਫ ਵੀ ਆ, ਬੱਚੇ ਵੀ ਆਉਂਦੇ ਨੇ, ਉਹਦੇ 'ਚ ਤੁਹਾਡੇ ਬਜ਼ੁਰਗ ਵੀ ਉਸ ਪਰਿਵਾਰ ਦਾ ਹਿੱਸਾ ਹੁੰਦੇ ਆ ਨਾ। ਜਦੋਂ ਉਹਦੇ 'ਚੋਂ ਇੱਕ ਕੰਧ ਵਾਲਾ ਹਿਸਾਬ ਹੋ ਜਾਂਦਾ ਵੀ ਜਦੋਂ ਤੁਸੀਂ ਇੱਕ ਇੱਟ ਖਿਸਕਾਓਗੇ ਹੈ ਨਾ ਤਾਂ ਉਹਦੇ 'ਚ ਫਰਕ ਤਾਂ ਪੈਂਦਾ ਹੀ ਪੈਂਦਾ ਹੈ ਨਾ। ਜਦੋਂ ਕਿਸੇ ਮੰਨ ਲਓ ਵੀ ਕਿਸੇ ਘਰ ਦੇ ਬੰਦੇ ਦਾ ਇੱਦਾਂ ਦਾ ਬਾਹਰ ਰਿਸ਼ਤਾ ਹੈ ਜਾਂ ਔਰਤ ਦਾ ਬਾਹਰ ਰਿਸ਼ਤਾ ਹੈ ਨਾ, ਸਭ ਤੋਂ ਪਹਿਲੀ ਗੱਲ ਹੈ ਵੀ ਤੁਸੀਂ ਇੱਕ ਦੂਜੇ ਪ੍ਰਤੀ ਤੁਹਾਡਾ ਵਿਸ਼ਵਾਸ ਆ ਜਿਹੜਾ ਉਹ ਖਤਮ ਹੋ ਜਾਂਦਾ ਮੁੜ ਕੇ। ਚਾਹੇ ਕਹਿੰਦੇ ਵੀ ਤੁਸੀਂ ਸੋਨੇ ਦੇ ਵੀ ਬਣ ਜਾਓਗੇ ਨਾ, ਉਹ ਇੱਕ ਚੀਜ਼ ਆ ਜਿਹੜੀ ਦਿਮਾਗ 'ਚ ਤੁਹਾਡੇ ਪਾਰਟਨਰ ਦੇ ਪਈ ਰਹੂਗੀ ਹੈ ਨਾ। ਦੂਜੀ ਗੱਲ ਬੱਚਿਆਂ 'ਤੇ ਕਿੰਨਾ ਅਸਰ ਪੈਂਦਾ, ਮਤਲਬ ਜਿਹੜਾ ਤੁਸੀਂ ਟਾਈਮ ਆਪਦੇ ਘਰੇ ਆਪਦੇ ਪਰਿਵਾਰ ਨੂੰ ਦੇਣਾ ਤਾਂ ਉਹ ਤਾਂ ਸ਼ੋਰ ਹੈ ਕਿ ਤੁਸੀਂ ਬਾਹਰ ਵੀ ਕਿਤੇ ਵੰਡਣਾ ਸ਼ੁਰੂ ਕਰੋਗੇ ਹੈ ਨਾ। ਨਾਲ ਦੇ ਪਾਰਟਨਰ 'ਤੇ ਇਸ ਚੀਜ਼ ਦਾ ਕਿੰਨਾ ਅਸਰ ਪੈਂਦਾ, ਮੰਨ ਲਓ ਵੀ ਬੰਦੇ ਦਾ ਸੰਬੰਧ ਹੈ ਤਾਂ ਉਸ ਘਰ 'ਚ ਜਿਹੜੀ ਔਰਤ ਰਹਿ ਰਹੀ ਆ ਹੈ ਨਾ, ਤੁਸੀਂ ਉਹਦੇ ਬਾਰੇ ਸੋਚ ਕੇ ਦੇਖੋ। ਕਈ ਮੈਂ ਇਹੋ ਜਿਹੀਆਂ ਬਹੁਤ ਸਾਰੀਆਂ ਕੁੜੀਆਂ ਨੂੰ ਜਾਣਦੀ ਹਾਂ ਕਿ ਜਿਨ੍ਹਾਂ ਨੂੰ ਲੱਗਦਾ ਹੁੰਦਾ ਕਿ ਅਸੀਂ ਤਮਾਮ ਉਮਰ ਜਿੰਨੇ ਸਾਲ ਸਾਨੂੰ ਉਸ ਘਰ 'ਚ ਆਈਆਂ ਨੂੰ ਹੋ ਗਿਆ, ਅਸੀਂ ਇਸ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਚੰਗੀ ਤਰ੍ਹਾਂ ਨਿਭਾਇਆ, ਆਪਣੇ ਬਹੁਤ ਸਾਰੇ ਸ਼ੌਂਕ ਨੇ ਜਿਹੜੇ ਛੱਡ ਕੇ ਹੈ ਨਾ ਉਸ ਘਰ 'ਤੇ ਅਸੀਂ ਤਵੱਜੋ ਦਿੱਤੀ, ਆਪਣੇ ਬੱਚਿਆਂ ਨੂੰ ਪਾਲਿਆ, ਆਪਣੇ ਪਾਰਟਨਰ ਨਾਲ ਅਸੀਂ ਲਾਇਲ ਰਹੇ ਹਾਂ ਹੈ ਨਾ, ਸੱਸ ਸਹੁਰੇ ਨੂੰ ਵੀ ਵੇਖਿਆ,
ਉਸ ਤੋਂ ਬਾਅਦ ਵੀ ਜਦੋਂ ਉਹੋ ਜਿਹੀਆਂ ਕੁੜੀਆਂ ਨਾਲ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ ਤਾਂ ਤੁਸੀਂ ਸੋਚ ਕੇ ਦੇਖੋ ਵੀ ਉਹਨਾਂ ਨੂੰ ਕਿਵੇਂ ਲੱਗਦਾ ਹੋਊਗਾ, ਹਨਾ। ਇਹ ਬਹੁਤ ਵੱਡਾ ਮੈਂਟਲ ਟੌਰਚਰ ਆ ਭੈਣੇ, ਚਾਹੇ ਮੁੰਡੇ ਦੇ ਲਈ ਕੁੜੀ ਦੇ ਲਈ। ਇਹ ਤਾਂ ਆਪਾਂ ਇਹ ਕਹਿ ਸਕਦੇ ਵੀ ਜਿਵੇਂ ਜਦੋਂ ਕਿਸੇ ਬੇਗੁਨਾਹ ਨੂੰ ਸਜ਼ਾ ਹੋ ਜਾਂਦੀ ਆ, ਹਨਾ, ਇੱਕ ਤਰ੍ਹਾਂ ਦੇ ਨਾਲ ਮੈਂਟਲ ਟੌਰਚਰ ਆ। ਇਹ ਜਿਹੜਾ ਟੌਰਚਰ ਆ ਇਹ ਜ਼ਰੂਰੀ ਨਹੀਂ ਵੀ ਹਰ ਕੋਈ ਸਹਿ ਸਕਦਾ ਹੋਵੇ, ਹਨਾ। ਜਿਵੇਂ ਤੁਸੀਂ ਕਿਹਾ ਕਿ ਬੱਚਿਆਂ ਤੇ ਚਲੋ ਜਦੋਂ ਤੁਹਾਡਾ ਪਰਿਵਾਰ ਬਣ ਜਾਂਦਾ, ਅੱਗੇ ਬੱਚੇ ਨੇ, ਬੱਚਿਆਂ ਤੇ ਇਹਦਾ ਇਸ ਕਦਰ ਅਸਰ ਹੁੰਦਾ ਆ ਵੀ ਜਿਹੜਾ ਮੈਂਟਲ ਟੌਰਚਰ ਆ ਉਹ ਤਾਂ ਮੁੰਡੇ ਜਾਂ ਕੁੜੀ ਚੋਂ ਇੱਕ ਜਣਾ ਸਹੂਗਾ, ਹਨਾ। ਪਰ ਜਿਹੜਾ ਬੱਚਿਆਂ ਤੇ ਅਸਰ ਆ ਉਹ ਬਹੁਤ ਬੁਰੇ ਤਰੀਕੇ ਦੇ ਨਾਲ ਹੁੰਦਾ। ਜਿਵੇਂ ਹੁਣ ਆਪਾਂ ਵੀ ਹਮੇਸ਼ਾ ਜਦੋਂ ਗੱਲ ਕਰਦੇ ਆ ਵੀ ਹਸਬੈਂਡ ਵਾਈਫ, ਆਪਾਂ ਹਮੇਸ਼ਾ ਯਾਦ ਕਰਦੇ ਆ ਵੀ ਆਪਣੇ ਪੇਰੈਂਟਸ ਕਿਵੇਂ ਰਹਿੰਦੇ ਸੀਗੇ, ਹਨਾ। ਆਪਾਂ ਲੱਗਦਾ ਨਾ ਵੀ ਮੇਰੇ ਫਾਦਰ ਮੇਰੇ ਮਦਰ ਲਈ ਇਦਾਂ ਕਰਦੀ ਸੀ, ਜਾਂ ਮੇਰੀ ਮਦਰ ਮੇਰੇ ਫਾਦਰ ਲਈ ਇੰਨੀ ਜ਼ਿਆਦਾ ਲੋਇਲ ਆ, ਹਨਾ। ਤਾਂ ਉੱਥੇ ਇਹਦਾ ਮਤਲਬ ਵੀ ਆਪਾਂ ਆਈਡੀਆ ਲਾਓ ਵੀ ਆਪਣੇ ਮਦਰ ਫਾਦਰ ਦੇ ਰਿਲੇਸ਼ਨ ਦਾ ਆਪਣੇ ਤੇ ਕਿੰਨਾ ਜ਼ਿਆਦਾ ਅਸਰ ਸੀਗਾ, ਹਨਾ। ਸੋ ਉਸੇ ਤਰੀਕੇ ਦਾ ਜਿਹੜਾ ਅਸਰ ਆ ਸਾਡੇ ਰਿਸ਼ਤੇ ਦਾ ਜਿਹੜਾ ਅਸਰ ਆ ਜਾਂ ਪ੍ਰਭਾਵ ਆ ਉਹ ਸਾਡੇ ਬੱਚਿਆਂ ਤੇ ਉਸ ਤਰੀਕੇ ਦਾ ਜਾਊਗਾ, ਹਨਾ। ਕਿਤੇ ਨਾ ਕਿਤੇ ਬਹੁਤ ਸਾਰੇ ਘਰਾਂ ਦੇ ਵਿੱਚ ਆਪਾਂ ਇਹ ਵੀ ਦੇਖਿਆ ਵੀ ਜਦੋਂ ਹਸਬੈਂਡ ਵਾਈਫ ਦੀ ਆਪਸ 'ਚ ਨਹੀਂ ਬਣਦੀ, ਇਹਨਾਂ ਕਾਰਨਾਂ ਕਰਕੇ, ਹਨਾ, ਖਿੱਚੋਤਾਣ ਰਹਿਣ ਲੱਗ ਜਾਂਦੀ ਆ, ਤਾਂ ਬੱਚਿਆਂ ਨੂੰ ਉਸ ਚੀਜ਼ ਦਾ ਆਪਾਂ ਕਹਿ ਸਕਦੇ ਹਾਂ ਵੀ ਉਹ ਇੰਟਿਊਸ਼ਨ ਹੋਣ ਲੱਗ ਜਾਂਦੇ ਵੀ ਕੁਝ ਸਹੀ ਨਹੀਂ ਚੱਲ ਰਿਹਾ ਹੈਗਾ, ਹਨਾ। ਤਾਂ ਬਹੁਤ ਸਾਰੇ ਇੱਦਾਂ ਦੇ ਬੱਚੇ ਵੀ ਨੇਗੇ, ਜਿਵੇਂ ਸਾਡੇ ਪਰਿਵਾਰ ਦੇ ਵਿੱਚ ਵੀ, ਜਾਂ ਫਿਰ ਆਪਾਂ ਰਿਸ਼ਤੇਦਾਰੀ ਦੇ ਵਿੱਚ ਵੀ, ਜਾਂ ਵੈਸੇ ਆਪਣੇ ਸਰਕਲ ਦੇ ਵਿੱਚ ਵੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਉਹ ਬੱਚੇ ਆਪਣੀ ਮੈਂਟੈਲਿਟੀ ਇਹ ਬਣਾ ਲੈਂਦੇ ਨੇ ਵੀ ਮੈਂ ਕਦੇ ਜ਼ਿੰਦਗੀ 'ਚ ਵਿਆਹ ਨਹੀਂ ਕਰਾਉਣਾ ਹੈਗਾ, ਹਨਾ। ਇਸ ਕਦਰ ਮਤਲਬ ਇੰਨਾ ਛੋਟਾ ਬੱਚਾ, ਕੋਈ 13 ਸਾਲ ਦਾ, ਕੋਈ 10 ਸਾਲ ਦਾ ਬੱਚਾ, ਹਨਾ, ਇਹ ਡਿਸਾਈਡ ਕਰ ਲੈਂਦਾ ਵਾ ਵੀ ਮੈਂ ਵਿਆਹ ਨਹੀਂ ਕਰਾਊਂਗਾ, ਕਿਉਂਕਿ ਉਹਨੇ ਦੇਖਿਆ ਹੁੰਦਾ ਕਿ ਵਿਆਹ ਤੋਂ ਬਾਅਦ ਲਾਈਫ ਆ ਜਿਹੜੀ ਬਹੁਤ ਜ਼ਿਆਦਾ ਪਲੇਜ਼ੈਂਟ ਜਾਂ ਬਹੁਤ ਜ਼ਿਆਦਾ ਸੋਹਣੀ ਨਹੀਂ ਹੁੰਦੀ ਹੈਗੀ, ਕਿਉਂਕਿ ਉਹਦੇ ਸਾਹਮਣੇ ਉਹਦੇ ਮਾਪਿਓ ਨੇ ਉਹ ਪ੍ਰਭਾਵ ਰੱਖਿਆ ਵਿਆਹ ਦਾ, ਹਨਾ। ਬਿਲਕੁਲ ਗੁਰਦੀਪ, ਨਾਲੇ ਦੂਜਾ ਚੀਜ਼ ਮੈਨੂੰ ਇਹ ਲੱਗਦਾ ਹੁੰਦਾ ਵੀ ਜਦੋਂ ਵੀ ਆਪਾਂ ਇਹੋ ਜਿਹੇ ਕਿਸੇ ਰਿਸ਼ਤਿਆਂ ਬਾਰੇ ਗੱਲ ਕਰਦੇ ਹਾਂ ਤਾਂ ਪਤਾ ਨਹੀਂ ਕਿਉਂ ਮੈਨੂੰ ਲੱਗਦਾ ਹੁੰਦਾ ਵੀ ਹਾਂ ਚਲੋ ਮੈਂ ਮੰਨਦੀ ਹਾਂ ਵੀ ਜਦੋਂ ਇੱਕ ਮਰਦ ਦਾ ਬਾਹਰ ਕਿਸੇ ਔਰਤ ਨਾਲ ਰਿਸ਼ਤਾ ਹੁੰਦਾ ਤਾਂ ਉਹ ਇੱਕ ਔਰਤ ਨਾਲ ਹੀ ਹੁੰਦਾ। ਇਹ ਤਾਂ ਹੈ ਨਹੀਂ ਵੀ ਜਿਵੇਂ ਆਪਾਂ ਗੱਲ ਕਰਦੇ ਹਾਂ ਵੀ ਉਹਦਾ, ਇਹ ਤਾਂ ਹੈ ਨਹੀਂ ਵੀ ਉਹਦਾ ਕੰਧਾਂ ਕੌਲਿਆਂ ਨਾਲ ਰਿਸ਼ਤਾ, ਹਨਾ, ਵੀ ਹੋ ਗਿਆ ਚਲੋ। ਮਤਲਬ ਜਿਹੜੀਆਂ ਔਰਤਾਂ ਨਾਲ ਉਹਦਾ ਰਿਸ਼ਤਾ, ਹਨਾ, ਤੁਸੀਂ ਇਸ ਲਈ ਜਿਵੇਂ ਤੁਸੀਂ ਕਿਹਾ ਸੀ ਵੀ ਆਪਾਂ ਕੁੜੀਆਂ ਨੂੰ ਵੀ ਇਸ ਚੀਜ਼ ਤੋਂ ਬਰੀ ਨਹੀਂ ਕਰਦੇ, ਹਨਾ। ਕੁੜੀਆਂ ਵੀ ਬਹੁਤ ਸਾਰੀਆਂ ਕੁੜੀਆਂ ਨੇ ਜਿਹੜੀਆਂ ਵਿਆਹੇ ਵਰੇ ਹੋਏ ਲੋਕਾਂ ਨਾਲ ਰਿਸ਼ਤੇ ਰੱਖਦੀਆਂ ਨੇ, ਹਨਾ। ਉਦੋਂ ਅਸੀਂ ਇਹ ਵੀ ਨਹੀਂ ਸੋਚਦੇ ਕਿ ਉਹਨਾਂ ਦੇ ਵੀ ਬੱਚੇ ਹੋਣਗੇ, ਉਹਨਾਂ ਦੀਆਂ ਵੀ, ਹਨਾ, ਮਤਲਬ ਘਰ ਵਾਲੀਆਂ ਨੇ ਜਾਂ ਇੱਕ ਪਰਿਵਾਰ ਆ ਉਸ ਚੀਜ਼ ਦਾ। ਪਰ ਗੱਲ ਉੱਥੇ ਆ ਕੇ ਗਲਤ ਹੁੰਦੀ ਆ ਵੀ ਜਦੋਂ ਅਸੀਂ ਇਸ ਤੱਕੜੀ 'ਚ ਤੋਲਣਾ ਸ਼ੁਰੂ ਕਰਦੇ ਹਾਂ ਤਾਂ ਅਸੀਂ ਬੰਦੇ ਨੂੰ ਬਰੀ ਕਰ ਦਿੰਦੇ ਹਾਂ ਤੇ ਔਰਤ ਦੇ ਉੱਤੇ ਉਹ ਭਾਰ ਆ ਜਿਹੜਾ ਉਹ ਦੁੱਗਣਾ ਕਰ ਦਿੰਦੇ ਹਾਂ, ਹਨਾ। ਮੰਨ ਲਓ ਵੀ ਕਿਸੇ ਘਰ 'ਚ ਕੁਛ ਇਹੋ ਜਿਹਾ ਚੱਲ ਰਿਹਾ ਤਾਂ ਔਰਤ ਨੂੰ ਆਲਾ ਦੁਆਲਾ ਵੀ ਸਾਰਾ ਸਮਾਜ ਇਹ ਚੀਜ਼ ਸਮਝਾਉਂਦਾ ਵੀ ਨਹੀਂ ਤੂੰ ਇਗਨੋਰ ਕਰ, ਬੰਦਿਆਂ ਦੀਆਂ ਆਦਤਾਂ ਹੁੰਦੀਆਂ ਨੇ, ਹਨਾ, ਤੂੰ ਆਪਣੇ ਬੱਚਿਆਂ ਵੱਲ ਧਿਆਨ ਦੇ, ਤੂੰ ਆਪਣੇ ਤੇ ਧਿਆਨ ਦੇ। ਪਰ ਤੁਸੀਂ ਇਹ ਸੋਚ ਕੇ ਦੇਖੋ ਵੀ ਉਹ ਔਰਤ ਜਿਹਨੂੰ ਉਸ ਘਰ 'ਚ ਇੱਕ ਸਭ ਤੋਂ ਜ਼ਿਆਦਾ ਮਤਲਬ ਪਿਆਰੀ ਚੀਜ਼ ਜਾਂ ਕਹਿ ਦਈਏ ਵੀ ਜਿਹਨੂੰ ਲੱਗਦਾ ਹੁੰਦਾ ਵੀ ਇਸ ਘਰ 'ਚ ਇਹਦੇ ਤੇ ਮੇਰਾ ਸਭ ਤੋਂ ਜ਼ਿਆਦਾ ਹੱਕ ਆ, ਉਹਦਾ ਘਰ ਵਾਲਾ ਹੁੰਦਾ, ਐਵੇਂ ਘਰ ਵਾਲੀ ਲਈ ਵਾਈਫ ਹੁੰਦੀ ਆ, ਹਨਾ। ਤਾਂ ਉਹ ਕਿਵੇਂ ਮਤਲਬ ਉਹਦੇ ਵੱਲੋਂ ਇਸ ਚੀਜ਼ 'ਚ ਟੈਨਸ਼ਨ 'ਚ ਹੋ ਕੇ ਕਿਵੇਂ ਜ਼ਿੰਦਗੀ ਸਕੂਨ ਨਾਲ ਕੱਢ ਸਕਦਾ, ਉਹ ਕਿਵੇਂ ਚੰਗੀ ਤਰੀਕੇ ਨਾਲ ਆਪਦੇ ਪਰਿਵਾਰ 'ਤੇ ਧਿਆਨ ਦਊ, ਕਿਵੇਂ ਉਹ ਆਪਦੇ ਬੱਚਿਆਂ 'ਤੇ ਧਿਆਨ ਦਊ। ਕਿ ਅਸੀਂ ਕਦੀ ਸੋਚਦੇ ਹਾਂ ਵੀ ਉਹਨੂੰ ਅਸੀਂ ਕਿੰਨਾ ਮਾਨਸਿਕ ਤੌਰ 'ਤੇ ਬਿਮਾਰ ਕਰ ਦਿੰਦੇ ਹਾਂ, ਹਨਾ। ਫਿਰ ਦੂਜੀ ਗੱਲ, ਬੰਦਾ ਜਦੋਂ ਬੰਦੇ ਬਾਰੇ ਤੁਸੀਂ ਸੁਣ ਲਿਓ, ਬੰਦੇ ਨੂੰ ਤੁਸੀਂ ਬਾਹਰ ਕਰ ਦਿੰਦੇ ਹੋ ਵੀ ਨਹੀਂ ਬੰਦੇ ਤਾਂ ਚਲੋ ਹੁੰਦੇ ਹੀ ਐਵੇਂ ਦੇ ਆ। ਜੇ ਕਿਸੇ ਔਰਤ ਨੇ ਖੜ ਕੇ ਕਿਸੇ ਤੀਜੇ ਬੰਦੇ ਨਾਲ ਗੱਲ ਵੀ ਕਰ ਲਈ, ਕੀ ਉਹਦਾ ਘਰ ਵਾਲਾ ਇਹ ਚੀਜ਼ ਬਰਦਾਸ਼ਤ ਕਰ ਲੈਂਦਾ? ਕਦੇ ਨਹੀਂ ਕਰਦਾ, ਹਨਾ। ਮਤਲਬ ਹੁੰਦਾ ਦੁਨੀਆ ਤੇ ਬਹੁਤ ਕੁਝ ਵਾਪਰਦਾ, ਪਰ ਹਾਂ ਕਸੂਰਵਾਰ ਜਦੋਂ ਜਿਵੇਂ ਤੁਸੀਂ ਕਿਹਾ ਵੀ ਜਦੋਂ ਲੱਗ ਹੀ ਨਜਾਇਜ਼ ਗਿਆ, ਹਨਾ, ਫਿਰ ਉਹ ਮਾੜੀ ਉਹ ਚੀਜ਼ ਆ। ਫਿਰ ਉਹਦੇ ਲਈ ਕਸੂਰਵਾਰ ਔਰਤ ਤੇ ਮਰਦ ਦੋਵਾਂ ਨੂੰ ਬਰਾਬਰ ਠਹਿਰਾਓ। ਇਹ ਨਾ ਕਹੋ ਵੀ ਮਤਲਬ ਬੰਦੇ ਨੇ ਚਲੋ ਜੇ ਐਂ ਕਰ ਲਿਆ ਕਿਸੇ ਨਾਲ, ਉਹ ਬਹੁਤੇ ਲੋਕ ਤਾਂ ਇਹ ਸਮਝਾਉਣ ਲੱਗ ਲੈਣ ਇਹ ਤਾਂ ਹਾਸੀਆਂ ਖੇਡੀਆਂ ਹੁੰਦੀਆਂ ਨੇ, ਚੱਲ ਜੇ ਕਰ ਲਿਆ ਤਾਂ ਕਿਹੜੀ ਵੱਡੀ ਗੱਲ ਹੋ ਗਈ, ਹਨਾ। ਮਤਲਬ ਔਰਤ ਤੇ ਅਸੀਂ ਉਸ ਤੋਂ ਜਿੰਨਾ ਕੁ ਉਹਨੇ ਗੁਨਾਹ ਕੀਤਾ ਹੁੰਦਾ ਅਸੀਂ ਉਹਦੇ ਤੇ ਚੌਗਣਾ ਠੱਪਾ ਲਾ ਦਿੰਦੇ ਹਾਂ। ਇਹ ਚੀਜ਼ ਆ ਫਿਰ ਜਿਹੜੀ ਇਹ ਦੁਖੀ ਕਰਦੀ ਆ, ਹਨਾ। ਤੇ ਦੂਸਰੀ ਗੱਲ ਇਹ ਆ ਨਾ ਵੀ ਜਦੋਂ ਕਿਤੇ ਚਲੋ ਜਿਸ ਘਰ 'ਚ ਕਿਸੇ 'ਚ ਇਹੋ ਜਿਹੀ ਸਿਚੁਏਸ਼ਨ ਬਣਦੀ ਵੀ ਆ, ਹਨਾ, ਤਾਂ ਆਪਾਂ ਹਮੇਸ਼ਾ ਲੇਡੀ ਨੂੰ ਪਹਿਲਾਂ ਇਹ ਕਹਿੰਦੇ ਆ ਵੀ ਤੂੰ ਆਪਦੇ ਬੱਚਿਆਂ ਬਾਰੇ ਸੋਚ। ਮੈਨੂੰ ਇੱਕ ਗੱਲ ਇਹ ਬਹੁਤ ਤੰਗ ਕਰਦੀ ਹੁੰਦੀ ਵੀ ਬੱਚੇ ਮਾਂ ਤੇ ਪਿਓ ਦੋਨਾਂ ਦੇ ਬਰਾਬਰ ਹੁੰਦੇ ਨੇ ਕਿ ਤਾਂ ਫਿਰ ਬੱਚਿਆਂ ਬਾਰੇ ਸੋਚਣ ਦਾ ਜ਼ਿੰਮਾ ਉਹ ਸਿਰਫ ਮਾਂ ਦੇ ਹਿੱਸੇ ਕਿਉਂ ਆਉਂਦਾ? ਬੱਚਿਆਂ ਦੇ ਲਈ ਬੱਚਿਆਂ 'ਤੇ ਕੀ ਅਸਰ ਜਾਊਗਾ, ਜਾਂ ਬੱਚਿਆਂ ਨੂੰ ਕਿਵੇਂ ਵੱਡੇ ਕਰਨਾ, ਜਾਂ ਬੱਚਿਆਂ ਦੇ ਲਈ ਕੀ ਚੰਗਾ ਜਾਂ ਕੀ ਮਾੜਾ ਵਾ, ਇਸ ਚੀਜ਼ ਲਈ ਮਾਂ ਹੀ ਕਿਉਂ ਜ਼ਿੰਮੇਵਾਰ ਹੁੰਦੀ ਆ, ਹਨਾ। ਤਾਂ ਮੈਨੂੰ ਲੱਗਦਾ ਹੈ ਕਿ ਇੰਨੀ ਸੁਰਤ ਤਾਂ ਸਾਨੂੰ ਸਾਰਿਆਂ ਨੂੰ ਹੋਣੀ ਚਾਹੀਦੀ ਆ, ਹਨਾ, ਕਿ ਮੇਰੀਆਂ ਕੀ ਰਿਸਪੌਂਸਿਬਿਲਿਟੀਜ਼ ਨੇਗੀਆਂ ਜਾਂ ਮੈਂ ਇਹ ਚੀਜ਼ ਗਲਤ ਕੀਤੀ। ਬਹੁਤੇ ਘਰਾਂ ਦੇ ਵਿੱਚ ਤਾਂ ਮੈਂ ਦੇਖਿਆ ਵੀ ਲੋਕੀ ਕਮਿਟ ਵੀ ਨਹੀਂ ਕਰਦੇ ਵੀ ਹਾਂ ਮੈਂ ਕੁਝ ਗਲਤ ਕੀਤਾ ਆ, ਹਨਾ।
ਤੇ ਦੂਸਰੀ ਗੱਲ ਹੈ ਮੈਨੂੰ ਲੱਗਦਾ ਇਸ ਚੀਜ਼ ਨੂੰ ਹੁਣ ਉਹ ਟਾਈਮ ਨਹੀਂ ਹੈਗਾ ਵੀ ਸਪੋਰਟ ਕਰਨ ਵਾਲਾ, ਵੀ ਤੁਸੀਂ ਸਪੋਰਟ ਕਰੋ ਵੀ ਹਾਂ ਇਹ ਚੀਜ਼ ਸਹੀ ਹੋਈ ਹੈ, ਚਾਹੇ ਉਹ ਮੁੰਡੇ ਨੇ ਕੀਤੀ ਹੈ ਚਾਹੇ ਉਹ ਔਰਤ ਨੇ ਕੀਤੀ ਹੈ। ਪਰ ਜ਼ਿਆਦਾਤਰ ਜਿਵੇਂ ਆਪਾਂ ਗੱਲ ਕਰਦੇ ਹਾਂ, ਇਹ ਵੀ ਸੱਚਾਈ ਹੈ ਭੈਣੇ ਵੀ ਜ਼ਿਆਦਾਤਰ ਕੇਸਿਸ ਨੇ ਜਿਹੜੇ ਉਹ ਮਰਦਾਂ ਵੱਲੋਂ ਆਉਂਦੇ ਨੇਗੇ, ਤਾਂ ਹਮੇਸ਼ਾ ਸਮਝਾਇਆ ਕੁੜੀ ਨੂੰ ਹੀ ਜਾਂਦਾ ਹੈ ਕਿ ਤੂੰ ਤਾਂ ਸਿਆਣੀ ਆ, ਤੂੰ ਸਮਝ ਨਾ, ਮਤਲਬ ਸੰਭਾਲ ਲਾ। ਹਾਂ, ਤੇ ਸਿਆਣੇ ਹੋਣ ਦਾ ਮਤਲਬ ਇਹ ਨਹੀਂ ਹੈਗਾ ਵੀ ਸਹੀ ਜਾਓ, ਹੈ ਨਾ। ਸਹਿਣਾ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਔਖਾ ਤੇ ਮਾੜੀ ਚੀਜ਼ ਹੁੰਦੀ ਹੈ, ਜਿਹੜਾ ਕਿ ਤੁਹਾਨੂੰ ਫਿਜ਼ੀਕਲੀ ਤੇ ਮੈਂਟਲੀ ਬੁਰੇ ਤਰ੍ਹਾਂ ਦੇ ਨਾਲ ਪ੍ਰਭਾਵਿਤ ਕਰਦਾ ਆ, ਹੈ ਨਾ। ਤੇ ਉਹਦੇ ਵਿੱਚ ਫਿਰ ਆਪਾਂ ਕਹਿੰਦੇ ਆ ਵੀ ਉਹ ਬਹੁਤ ਚੁੱਪ ਰਹਿਣ ਲੱਗ ਗਿਆ, ਉਹ ਡਿਪਰੈਸ਼ਨ 'ਚ ਚਲਿਆ ਗਿਆ, ਹੈ ਨਾ। ਉਹਨੂੰ ਬਹੁਤ ਤਰ੍ਹਾਂ ਦੀਆਂ ਇੱਦਾਂ ਦੀਆਂ ਬਿਮਾਰੀਆਂ ਲੱਗ ਗਈਆਂ। ਤਾਂ ਆਪਾਂ ਫਿਰ ਉਹਨਾਂ ਚੀਜ਼ਾਂ ਦੀ ਜੜ ਫੜਨ ਦੀ ਕੋਸ਼ਿਸ਼ ਨਹੀਂ ਕਰਦੇ ਹੈਗੇ ਵੀ ਇਹ ਚੀਜ਼ਾਂ ਨੇ ਜਿਹੜੀਆਂ ਸ਼ੁਰੂ ਕਿਵੇਂ ਹੋਈਆਂ, ਜਾਂ ਆਪਾਂ ਕਈ ਵਾਰੀ ਇੰਨੀ ਕੁ ਗੱਲ ਕਹਿਣ ਲੱਗੇ ਵੀ ਜਾਂ ਤੁਹਾਡਾ ਕੋਈ ਵੀ ਰਿਐਕਸ਼ਨ ਜਾਂ ਐਕਸ਼ਨ ਕਰਨ ਲੱਗਿਆ ਪਏ ਧਿਆਨ ਨਹੀਂ ਰੱਖਦੇ ਵੀ ਯਾਰ ਮੇਰੀ ਇਹ ਚੀਜ਼ ਸਾਹਮਣੇ ਵਾਲੇ ਬੰਦੇ ਨੂੰ ਦਿਮਾਗੀ ਤੌਰ ਤੇ ਕਿਸ ਹੱਦ ਤੱਕ ਪ੍ਰਭਾਵਿਤ ਕਰ ਸਕਦੀ ਆ, ਹੈ ਨਾ। ਜਦੋਂ ਆਪਾਂ ਇੱਕ ਦੂਜੇ ਬਾਰੇ, ਇੱਕ ਦੂਜੇ ਦੀ ਸਾਈਕੋਲੋਜੀ ਬਾਰੇ, ਇੱਕ ਦੂਜੇ ਦੀ ਮੈਂਟਲ ਹੈਲਥ ਬਾਰੇ ਸੋਚਣ ਲੱਗ ਜਾਵਾਂਗੇ ਤਾਂ ਮੈਨੂੰ ਲੱਗਦਾ ਬਹੁਤ ਸਾਰੀਆਂ ਚੀਜ਼ਾਂ ਸੁਸਾਇਟੀ 'ਚ ਇੱਦਾਂ ਦੀਆਂ ਹੋਣੋਂ ਹਟ ਜਾਣਗੀਆਂ ਜਿਹੜੀਆਂ ਕਿ ਸਾਨੂੰ ਤੰਗ ਕਰਦੀਆਂ ਨੇਗੀਆਂ ਦਿਮਾਗੀ ਤੌਰ ਤੇ। ਗੁਰਦੀਪ, ਮੈਨੂੰ ਲੱਗਦਾ ਪਹਿਲੀ ਚੀਜ਼ ਤਾਂ ਸਾਨੂੰ ਇਹੀ ਸਮਝਣੀ ਚਾਹੀਦੀ ਹੈ ਵੀ ਦੇਖੋ, ਵਿਆਹ ਤੋਂ ਪਹਿਲਾਂ ਤੁਸੀਂ ਇੱਕ ਆਜ਼ਾਦ ਪੰਛੀ ਹੋ, ਹੈ ਨਾ। ਤੁਹਾਨੂੰ ਕੋਈ ਰੋਕ ਟੋਕ ਨਹੀਂ ਹੈਗੀ ਜ਼ਿੰਦਗੀ ਦੀ। ਤੁਹਾਡੇ ਪੇਰੈਂਟਸ ਤੁਹਾਨੂੰ ਇਹ ਸਮਝਾਉਣਗੇ ਵੀ ਹਾਂ ਤੂੰ ਜ਼ਿੰਦਗੀ 'ਚ ਵਧੀਆ ਪੜ੍ਹ, ਸਭ ਕੁਝ ਵਧੀਆ ਕਰ, ਉਸ ਤੋਂ ਬਾਅਦ ਇੱਕ ਚੰਗਾ ਰਿਸ਼ਤਾ, ਹੈ ਨਾ, ਤੇਰਾ ਵਿਆਹ ਹੋ ਜਾਣਾ। ਪਰ ਮੈਨੂੰ ਲੱਗਦਾ ਵੀ ਜਦੋਂ ਤੁਸੀਂ ਚਾਹੇ ਜਿੰਨੇ ਮਰਜ਼ੀ ਫ੍ਰੀ ਹੋ, ਉਦੋਂ ਵੀ ਅਸੀਂ ਇੱਕ ਤਰ੍ਹਾਂ ਨਾਲ ਆਪਣੇ ਆਪ ਲਈ ਜਵਾਬਦੇਹ ਹੁੰਦੇ ਹਾਂ ਕਿ ਅਸੀਂ ਕਦੀ ਇੱਦਾਂ ਤਾਂ ਨਹੀਂ ਕਰਦੇ ਵੀ ਮੈਂ ਇੱਥੇ ਵੀ ਖਲੋ ਜਾ, ਮੈਂ ਫਿਰ ਇੱਥੇ ਵੀ ਖਲੋ ਜਾ, ਮੈਂ ਇੱਥੇ ਵੀ ਖਲੋ ਜਾ, ਹੈ ਨਾ। ਮੇਰੇ ਖਲੋਣ ਦਾ ਭਾਵ ਮੇਰਾ ਇਹ ਆ ਵੀ ਮੇਰਾ ਰਿਸ਼ਤਾ ਇਹਦੇ ਨਾਲ ਵੀ ਹੋਵੇ, ਇਹਦੇ ਨਾਲ ਵੀ ਹੋਵੇ, ਇਹਦੇ ਨਾਲ ਵੀ, ਹੈ ਨਾ। ਜਦੋਂ ਤੁਹਾਡਾ ਵਿਆਹ ਹੋ ਜਾਂਦਾ, ਚਾਹੇ ਤੁਸੀਂ ਲਾਵਾਂ ਪੜ੍ਹਦੇ ਹੋ, ਚਾਹੇ ਤੁਹਾਡੇ ਫੇਰੇ ਹੁੰਦੇ ਨੇ, ਤੁਹਾਨੂੰ ਇੱਕ ਗੱਲ ਆ ਜਿਹੜੀ ਬਹੁਤ ਚੰਗੀ ਤਰ੍ਹਾਂ ਸਮਝਾਈ ਜਾਂਦੀ ਆ ਵੀ ਇਹ ਆ ਜਿਹੜਾ ਅੱਜ ਤੋਂ ਤੇਰੀ ਜ਼ਿੰਦਗੀ ਦਾ ਅੱਧ ਆ, ਤੇਰੇ ਸੁੱਖ ਦੁੱਖ ਦਾ ਸਾਥੀ ਆ, ਤੇਰਾ ਸਭ ਕੁਝ ਹੈ ਨਾ। ਸਭ ਕੁਝ ਤੋਂ ਮਤਲਬ ਇਹ ਹੁੰਦਾ ਵੀ ਇਹ ਰਿਸ਼ਤਾ ਜਿਹੜਾ ਤੇਰਾ ਸਿਰਫ ਇਹਦੇ ਨਾਲ ਹੋ ਸਕਦਾ ਹੈ। ਉਸ ਤੋਂ ਬਾਅਦ ਵੀ ਜਦੋਂ ਇਹੋ ਜਿਹੀਆਂ ਚੀਜ਼ਾਂ ਦੀ ਸ਼ੁਰੂਆਤ ਹੁੰਦੀ ਹੈ, ਮੈਂ ਕਹਿੰਦੀ ਹਾਂ ਪਹਿਲਾਂ ਤਾਂ ਤੁਸੀਂ ਮਤਲਬ ਉਸ ਪਰਮਾਤਮਾ ਨੂੰ ਹੀ ਸਾਈਡ 'ਤੇ ਕਰ ਦਿੰਦੇ ਹੋ। ਚਲੋ ਜੇ ਮੈਂ ਧਾਰਮਿਕ ਹੋ ਕੇ ਸੋਚਾਂ, ਹੈ ਨਾ, ਪਰ ਜੇ ਮੈਂ ਦੁਨਿਆਵੀ ਤੌਰ 'ਤੇ ਵੀ ਸੋਚਾਂ, ਮੈਨੂੰ ਲੱਗਦਾ ਕਿ ਮੇਰੇ ਪਾਰਟਨਰ 'ਚ ਕੋਈ ਕਮੀ ਆ, ਉਹ ਕਿਸੇ ਤਰੀਕੇ ਦੀ ਵੀ ਹੋ ਸਕਦੀ ਆ। ਮੈਨੂੰ ਉਹਦਾ ਰਹਿਣ ਸਹਿਣ ਨਹੀਂ ਪਸੰਦ, ਜਾਂ ਫਿਰ ਮੈਨੂੰ ਉਹਦੀਆਂ ਆਦਤਾਂ ਨਹੀਂ ਪਸੰਦ, ਜਾਂ ਸਾਡੀ ਸੋਚ ਨਹੀਂ ਮਿਲਦੀ। ਪਹਿਲੀ ਗੱਲ ਤਾਂ ਮੈਨੂੰ ਉਹਨੂੰ ਕਹਿਣਾ ਚਾਹੀਦਾ, ਹੈ ਨਾ। ਜੇ ਮੈਂ ਕਹਿ ਨਹੀਂ ਪਾ ਰਿਹਾ, ਮੈਨੂੰ ਲੱਗਦਾ ਵੀ ਉਹ ਬਹੁਤ ਸੋਹਣਾ ਹੋਵੇ, ਜਾਂ ਬੰਦੇ ਨੂੰ ਲੱਗਦਾ ਕਿ ਜਦੋਂ ਮੈਂ ਬਾਹਰੋਂ ਕੰਮ 'ਤੇ ਆਵਾਂ, ਮੇਰੀ ਘਰ ਵਾਲੀ ਆ ਜਿਹੜੀ ਸੋਹਣੇ ਕੱਪੜੇ ਪਾਏ ਹੋਣ, ਸੋਹਣੀ ਤਰ੍ਹਾਂ ਤਿਆਰ ਬੈਠੀ ਹੋਵੇ, ਹੈ ਨਾ, ਤਾਂ ਮੈਨੂੰ ਉਹਦੇ ਨਾਲ ਹੀ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਹੱਲ ਉਹੀ ਕਰ ਸਕਦਾ ਇਸ ਚੀਜ਼ ਦਾ, ਹੈ ਨਾ। ਪਰ ਜੇ ਮੈਂ ਉਹ ਕਰਨ ਦੀ ਬਜਾਏ ਮੈਂ ਸੋਚਾਂ ਵੀ ਇਹਨੇ ਤਾਂ ਐਵੇਂ ਹੀ ਰਹਿਣਾ, ਮੈਂ ਹੁਣ ਬਾਹਰ ਜਿੱਥੇ ਮਰਜ਼ੀ ਜੋ ਕਰ ਲਵਾਂ, ਹੈ ਨਾ, ਫਿਰ ਮੈਨੂੰ ਲੱਗਦਾ ਹੁੰਦਾ ਵੀ ਤੁਸੀਂ ਸਿਰਫ ਆਪਣੀ ਇੱਕ ਆਦਤ ਨੂੰ, ਹੈ ਨਾ, ਜਸਟੀਫਾਈ ਕਰਨ ਲਈ ਇੱਕ ਬਹਾਨਾ ਲੱਭ ਲਿਆ। ਜਦੋਂ ਇੱਕ ਕੁੜੀ ਦਾ ਵਿਆਹ ਹੁੰਦਾ, ਨਵੇਂ ਆਪਾਂ ਹੁੰਦੇ ਹਾਂ, ਉਦੋਂ ਸਾਰੇ ਬਹੁਤ ਸੋਹਣੇ ਫੱਬਦੇ ਆ, ਸਾਰੇ ਬਹੁਤ ਸੋਹਣੇ ਲੱਗਦੇ ਆ, ਹੈ ਨਾ। 2-4 ਸਾਲ ਬਾਅਦ ਤੁਹਾਡੇ ਬੱਚੇ ਹੁੰਦੇ ਆ, ਬੰਦਾ ਵੀ ਉਹੋ ਜਿਹਾ ਨਹੀਂ ਰਹਿੰਦਾ, ਔਰਤ ਵੀ ਨਹੀਂ। ਪਰ ਬਹੁਤ ਸਾਰੇ ਬੰਦੇ ਇਹ ਗੱਲ ਕਹਿਣਗੇ ਵੀ ਇਹ ਤਾਂ ਰੁਲੀ ਰਹਿੰਦੀ ਆ ਸਾਰਾ ਦਿਨ, ਇਹ ਤਾਂ ਮਤਲਬ ਵਧੀਆ ਨਹੀਂ ਬਣ ਕੇ ਰਹਿੰਦੀ। ਤੇ ਬਹੁਤ ਸਾਰੀਆਂ ਫਿਰ ਔਰਤਾਂ ਵੀ ਇਹੀ ਗੱਲ ਕਹਿਣਗੀਆਂ ਵੀ ਵਿਆਹ ਤੋਂ ਪਹਿਲਾਂ ਤਾਂ ਤੂੰ ਮੇਰੇ ਨਾਲ ਇੰਨੇ ਵਾਅਦੇ ਕਰਦਾ ਸੀ, ਆਪਾਂ ਉੱਥੇ ਘੁੰਮਣ ਜਾਂਦੇ ਸੀ, ਹੁਣ ਤੂੰ ਵੀ ਉਹੋ ਜਿਹਾ ਨਹੀਂ, ਤੂੰ ਮੈਨੂੰ ਕਦੀ ਆ ਕੇ 2-4 ਪਿਆਰ ਵਾਲੇ ਸ਼ਬਦ ਵੀ ਨਹੀਂ ਕਹੇ, ਹੈ ਨਾ। ਫਿਰ ਉੱਥੇ ਉਹ ਵੀ ਬਹਾਨਾ ਲੱਭਦੀਆਂ ਵੀ ਇਸੇ ਲਈ ਮੇਰਾ ਝੁਕਾਅ ਜਿਹੜਾ ਬਾਹਰ ਬਣ ਗਿਆ, ਹੈ ਨਾ। ਪਰ ਜਦ ਕਿ ਮੈਂ ਕਹਿੰਦੀ ਹਾਂ ਵੀ ਇਹ ਕੁਛ ਵੀ ਗੱਲਾਂ ਨਹੀਂ, ਇਹ ਤਾਂ ਅਸੀਂ ਸਿਰਫ ਜ਼ਮਾਨੇ ਨੂੰ ਇਹ ਦੱਸਣ ਲਈ ਵੀ ਮੇਰੀ ਇਸ ਗਲਤੀ ਤੇ ਤੁਸੀਂ ਮੈਨੂੰ ਗਲਤ ਨਾ ਠਹਿਰਾਓ, ਸਹੀ ਕਹੋ, ਇਸ ਲਈ ਇਹ ਬਹਾਨੇ ਲੱਭ ਲੈਂਦੇ ਹਾਂ। ਜਦ ਕਿ ਗੁਰਦੀਪ ਸਹੀ ਗੱਲ ਤਾਂ ਇਹ ਹੈ ਵੀ ਜਿਹਨੇ ਨਿਭਾਉਣੀ ਆ ਉਹਨੇ ਹਰ ਤਰ੍ਹਾਂ ਨਿਭਾ ਲੈਣੀ ਆ। ਬਹੁਤ ਸਾਰੇ ਜੋੜੇ ਇਹੋ ਜਿਹੇ ਵੀ ਨੇ ਜਿਨ੍ਹਾਂ ਦੇ ਬਹੁਤ ਸਾਲ ਬੱਚੇ ਨਹੀਂ ਹੁੰਦੇ, ਜਿਨ੍ਹਾਂ 'ਚ ਮੈਨੂੰ ਲੱਗਦਾ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੂੰ ਲੱਗਦਾ ਉਹ ਵੀ ਜਿਹੋ ਜਿਹੀਆਂ ਸੋਚੀਆਂ ਸੀ ਉਹ ਜਿਹੀਆਂ ਮਿਲੀਆਂ ਨਹੀਂ, ਹੈ ਨਾ। ਫਿਰ ਵੀ ਉਹ ਨਿਭਾ ਲੈਂਦੇ ਆ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਮੇਰਾ ਇੱਕ ਰਿਸ਼ਤਾ ਇਹਦੇ ਨਾਲ, ਹੈ ਨਾ। ਹੁਣ ਦੁਨੀਆ 'ਚ ਮੈਂ ਅੱਜ ਇੱਥੋਂ ਬਾਹਰ ਨਿਕਲੂੰ ਗੁਰਦੀਪ, ਮੈਨੂੰ ਹਜ਼ਾਰਾਂ ਲੋਕ ਮਿਲਣਗੇ, ਹੈ ਨਾ। ਜੇ ਮੈਂ ਹਜ਼ਾਰਾਂ ਵੱਲ ਝਾਕਣ ਲੱਗ ਜਾਂ ਤਾਂ ਮੈਨੂੰ ਲੱਗਦਾ ਵੀ ਝਾਕ ਤੱਕ ਦੀ ਜ਼ਿੰਦਗੀ 'ਚ ਖਤਮ ਹੋ ਹੀ ਨਹੀਂ ਸਕਦੀ। ਇੱਕ ਸੋਹਣਾ ਮਿਲੂ, ਉਸ ਤੋਂ ਵੀ ਸੋਹਣਾ ਮਿਲੂਗਾ ਦੁਨੀਆ ਤੇ, ਉਸ ਤੋਂ ਵੀ ਵਧੀਆ ਮਿਲੂਗਾ, ਹੈ ਨਾ। ਉਵੇਂ ਸੇਮ ਬੰਦੇ ਨੂੰ ਆ। ਪਰ ਗੱਲ ਇਹ ਆ ਵੀ ਕੀ ਤੁਸੀਂ ਉੱਥੇ ਬਾਹਰ ਹੀ ਆਪਣਾ ਆਪ ਛੱਡ ਕੇ ਆਉਣਾ ਕਿ ਉਹਨੂੰ ਸਮੇਟ ਕੇ ਆਪਦੇ ਘਰੇ ਲੈ ਕੇ ਜਾਣਾ, ਹੈ ਨਾ। ਗੱਲ ਇੱਥੋਂ ਤੱਕ ਆ। ਬਾਕੀ ਜਿਵੇਂ ਆਪਾਂ ਕਹੀਏ ਵੀ ਤੇਰਾ ਤੇ ਮੇਰਾ ਰਿਸ਼ਤਾ ਇਕੱਲਾ ਮਤਲਬ ਸਾਡੀ ਦੋਨਾਂ ਦੀ ਜ਼ਿੰਦਗੀ ਨੂੰ ਖਰਾਬ ਨਹੀਂ ਕਰਦਾ, ਉਹਦੇ ਨਾਲ ਬਹੁਤ ਸਾਰੇ ਲੋਕ ਜੁੜੇ ਹੁੰਦੇ ਆ। ਕਈ ਵਾਰੀ ਤੁਹਾਡੇ ਦੋਨੋਂ ਪਰਿਵਾਰ ਮਤਲਬ ਜ਼ਿੰਦਗੀ 'ਚ ਇਹੋ ਜਿਹੀ ਇੱਕ ਚੀਜ਼ ਨੂੰ ਦੇਖ ਲੈਂਦੇ ਨੇ ਵੀ ਉਹਨਾਂ ਨੂੰ ਲੱਗਦਾ ਵੀ ਕਾਸ਼ ਅਸੀਂ ਆਪਣੇ ਬੱਚਿਆਂ ਨਾਲ, ਜਾਂ ਕਾਸ਼ ਅਸੀਂ ਇਹਨਾਂ ਨਾਲ ਪਹਿਲਾਂ ਇਸ ਟੌਪਿਕ 'ਤੇ ਗੱਲ ਕਰਦੇ, ਹੈ ਨਾ। ਤੁਹਾਡੇ ਨਿਆਣਿਆਂ 'ਤੇ ਕਿੰਨਾ ਅਸਰ ਪੈਂਦਾ ਇਹ ਚੀਜ਼ ਤੁਸੀਂ ਸੋਚ ਨਹੀਂ ਸਕਦੇ। ਆਪਾਂ ਨੂੰ ਲੱਗਦਾ ਹੁੰਦਾ ਵੀ ਨਿਆਣਾ ਛੋਟਾ, ਇਹਨੂੰ ਨਹੀਂ ਸਮਝ ਆ ਰਿਹਾ, ਪਰ ਸਭ ਕੁਝ ਨਿਆਣੇ ਨੂੰ ਪਤਾ ਹੁੰਦਾ, ਹੈ ਨਾ।
ਖਾਸ ਕਰਕੇ ਉਦੋਂ ਜਦੋਂ ਔਰਤ ਤਾਂ ਐਵੇਂ ਦੇ ਰਿਸ਼ਤਿਆਂ ਨੂੰ ਲੁਕੋ ਲੈਂਦੀ ਆ ਗੁਰਦੀਪ। ਆਪਾਂ ਸਮਝ ਲੈਂਦੇ ਆ ਵੀ ਚੱਲ ਮੇਰੇ ਬੰਦੇ ਦੀ ਆਦਤ ਹੈ ਅੱਜ ਸੁਧਰ ਜੂਏ ਕੱਲ, ਪਰ ਬੰਦਾ ਕਦੀ ਲੁਕਾਉਂਦਾ ਨਹੀਂ ਹੈ ਨਾ। ਉਹਨੂੰ ਤਾਂ ਲੱਗਦਾ ਹੁੰਦਾ ਵੀ ਜੇ ਤੂੰ ਗੱਲ ਵੀ ਕਰ ਲਈ ਤਾਂ ਪਤਾ ਨਹੀਂ ਸਭ ਕੁਝ ਜ਼ਿੰਦਗੀ 'ਚ ਤੂੰ ਤਾਂ ਮੈਨੂੰ ਸਭ ਤਰ੍ਹਾਂ ਦੇ ਧੋਖੇ ਦੇਤੇ ਨੇ ਹੈ ਨਾ। ਤਾਂ ਉਹ ਤਾਂ ਫਿਰ ਇੱਕ ਤਰ੍ਹਾਂ ਨਾਲ ਇਹੋ ਜਿਹਾ ਤੁਹਾਡੇ ਘਰ 'ਚ ਮਾਹੌਲ ਬਣ ਜਾਂਦਾ ਵੀ ਤੁਸੀਂ ਸੋਚ ਵੀ ਨਹੀਂ ਸਕਦੇ। ਫਿਰ ਉੱਥੇ ਮਾਰ ਕੁੱਟ ਵੀ ਸ਼ੁਰੂ ਹੁੰਦੀ ਆ, ਫਿਰ ਉੱਥੇ ਰਿਸ਼ਤੇਦਾਰਾਂ ਨੂੰ ਸੱਦਣਾ ਸਮਝਾਉਣਾ, ਇਹੋ ਜਿਹਾ ਬਹੁਤ ਕੁਝ ਸ਼ੁਰੂ ਹੋ ਜਾਂਦਾ ਜਿਹੜਾ ਇੱਕ ਤਰੀਕੇ ਨਾਲ ਕਹਿ ਲਈਏ ਵੀ ਜ਼ਿੰਦਗੀ 'ਚ ਭੁਚਾਲ ਤਰ੍ਹਾਂ ਹੁੰਦਾ ਹੈ ਨਾ। ਤਾਂ ਇਹਨਾਂ ਚੀਜ਼ਾਂ ਤੋਂ ਮੈਨੂੰ ਲੱਗਦਾ ਵੀ ਜੇ ਤੁਸੀਂ ਸੱਚੀ ਇਸ ਚੀਜ਼ ਤੋਂ ਬਚਣਾ ਹੈ ਤਾਂ ਜਿਹੜੀ ਵੀ ਤੁਹਾਨੂੰ ਕੰਪਲੇਨ ਆਪਣੇ ਪਾਰਟਨਰ ਨਾਲ ਆ ਉਹਦੇ ਨਾਲ ਬੈਠ ਕੇ ਗੱਲ ਕਰੋ, ਉਹਦੇ 'ਚ ਹਿਚਕਚਾਓ ਨਾ ਉਸ ਚੀਜ਼ 'ਚ ਹੈ ਨਾ। ਹਾਂ ਜੇ ਵਾਈਫ ਨੂੰ ਵੀ ਪਤਾ ਚੱਲਦਾ ਵੀ ਥੋੜ੍ਹਾ ਬਹੁਤਾ ਇਹੋ ਜਿਹਾ ਜ਼ਿੰਦਗੀ 'ਚ ਕੁਛ ਚੱਲ ਰਿਹਾ, ਉਹਦੀ ਵੀ ਕੋਸ਼ਿਸ਼ ਹੋਣੀ ਚਾਹੀਦੀ ਹੈ ਵੀ ਉਹ ਆਪਦੇ ਪੱਧਰ 'ਤੇ ਪਹਿਲਾਂ ਹੈਂਡਲ ਕਰਕੇ ਦੇਖੇ ਹੈ ਨਾ। ਨਹੀਂ ਚੀਜ਼ਾਂ ਹੈਂਡਲ ਹੋ ਰਹੀਆਂ ਮੈਨੂੰ ਲੱਗਦਾ ਫਿਰ ਉਹਨਾਂ ਨੂੰ ਸਹਿਣ ਦਾ ਕੋਈ ਫਾਇਦਾ ਨਹੀਂ ਹੈਗਾ ਹੈ ਨਾ। ਫਿਰ ਉੱਥੇ ਸੱਚੀ ਤੁਹਾਨੂੰ ਕੋਈ ਸਟਰੋਂਗ ਜਿਹੜੇ ਡਿਸੀਜ਼ਨ ਨੇ ਉਹ ਲੈ ਲੈਣੇ ਚਾਹੀਦੇ ਆ, ਕਿਉਂਕਿ ਤੁਸੀਂ ਕਿਸੇ ਦੀ ਸੋਚ ਨੂੰ ਨਹੀਂ ਬਦਲ ਸਕਦੇ, ਆਦਤਾਂ ਨੂੰ ਨਹੀਂ ਬਦਲ ਸਕਦੇ। ਉਹ ਜਿੱਦਾਂ ਦੀ ਬਣ ਚੁੱਕੀ ਆ ਉਹ ਉੱਦਾਂ ਦੀ ਰਹਿਣੀ ਆ। ਉਸ ਤੋਂ ਵਧੀਆ ਹੈ ਕਿ ਫਿਰ ਤੁਸੀਂ ਸਾਰੀ ਜ਼ਿੰਦਗੀ ਬਰਬਾਦ ਹੋਣ ਨਾਲੋਂ, ਇੱਕ ਸਾਈਕੈਟ੍ਰਿਕ ਨੇ ਉਹਨਾਂ ਨੇ ਇੱਕ ਵਾਰ ਲਿਖਿਆ ਸੀ ਕਿ ਤੁਸੀਂ ਸਮਝਦੇ ਹੋ ਕਿ ਜੇ ਹਸਬੈਂਡ ਵਾਈਫ ਸੈਪਰੇਟ ਹੋ ਜਾਣਗੇ ਤਾਂ ਨਿਆਣਿਆਂ 'ਤੇ ਬਹੁਤ ਬੁਰਾ ਅਸਰ ਪੈਂਦਾ। ਉਹ ਕਹਿੰਦੇ ਨਹੀਂ, ਜਿੱਥੇ ਹਸਬੈਂਡ ਵਾਈਫ ਇੱਕ ਦੂਜੇ ਵੱਲ ਪਿੱਠ ਕਰਕੇ ਲੰਘਦੇ ਨੇ ਉੱਥੇ ਨਿਆਣਿਆਂ 'ਤੇ ਉਸ ਤੋਂ ਵੀ ਭੈੜਾ ਅਸਰ ਪੈਂਦਾ ਹੈ ਨਾ। ਫਿਰ ਇਹਨਾਂ ਚੀਜ਼ਾਂ ਦੇ ਨਤੀਜੇ ਗੁਰਦੀਪ ਕਈ ਵਾਰ ਬਹੁਤ ਗੰਭੀਰ ਵੀ ਨਿਕਲਦੇ ਨੇ। ਆਪਾਂ ਇਹ ਨਹੀਂ ਕਹਿ ਸਕਦੇ ਵੀ ਸਿਰਫ ਕਲੇਸ਼ ਤੱਕ ਸੀਮਿਤ ਹੋ ਜਾਂਦੇ ਨੇ। ਬਹੁਤ ਸਾਰੇ ਬੰਦੇ ਜਾਂ ਔਰਤਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਡਿਵੋਰਸ ਲੈਣ ਦੇ ਡਰ ਤੋਂ ਵੀ ਮੈਂ ਜੇ ਇਹਦੇ ਨਾਲ ਡਿਵੋਰਸ ਲੈ ਲਿਆ ਲੋਕ ਮੈਨੂੰ ਕੀ ਕਹਿਣਗੇ। ਬਹੁਤ ਸਾਰੇ ਕਤਲ ਤੁਸੀਂ ਇਹਨਾਂ ਚੀਜ਼ਾਂ 'ਚ ਹੁੰਦੇ ਦੇਖੇ ਨੇ ਵੀ ਲੋਕ ਆਪਣੇ ਪਾਰਟਨਰ ਤੋਂ ਛੁਟਕਾਰਾ ਪਵਾਉਣ ਲਈ ਲੋਕ ਫਿਰ ਇਹੋ ਜਿਹਾ ਰਾਹ ਅਖਤਿਆਰ ਕਰ ਲੈਂਦੇ ਨੇ ਵੀ ਚਲੋ ਮਤਲਬ ਤੁਸੀਂ ਹਜ਼ਾਰਾਂ ਖਬਰਾਂ ਅਸੀਂ ਪੜ੍ਹਦੇ ਹਾਂ ਵੀ ਘਰ ਵਾਲੀ ਨੇ ਬੰਦਾ ਮਰਵਾਤਾ, ਬੰਦੇ ਨੇ ਵਾਈਫ ਮਰਵਾਤੀ ਹੈ ਨਾ। ਤਾਂ ਉਹਨਾਂ ਨਾਲੋਂ ਵਧੀਆ ਨਹੀਂ ਹੈਗਾ ਕਿ ਤੁਸੀਂ ਇੱਕ ਦੂਜੇ ਨਾਲ ਗੱਲ ਕਰਕੇ ਇਹਨਾਂ ਚੀਜ਼ਾਂ ਨੂੰ ਸਮਝ ਲਓ ਜਾਂ ਕਿਸੇ ਨੂੰ ਦੱਸੋ ਕਿ ਮੇਰੇ ਨਾਲ ਜ਼ਿੰਦਗੀ 'ਚ ਇਹ ਚੀਜ਼ ਵਾਪਰ ਰਹੀ ਆ। ਤੇ ਬਾਹਰ ਵਾਲੇ ਨੂੰ ਵੀ ਚਾਹੀਦਾ ਵੀ ਇਹ ਨਾ ਸਮਝਾ ਕੇ ਤੁਰਦਾ ਲੱਗੇ ਵੀ ਚਲੋ ਕੋਈ ਗੱਲ ਨਹੀਂ ਇਹ ਤਾਂ ਹੁੰਦਾ ਰਹਿੰਦਾ ਹੈ ਨਾ। ਹੋ ਸਕਦਾ ਇਹਦਾ ਨਤੀਜਾ ਕੱਲ੍ਹ ਨੂੰ ਬਹੁਤ ਗੰਭੀਰ ਹੋ ਜਾਵੇ ਜਾ ਕੇ। ਬਿਲਕੁਲ, ਮੈਨੂੰ ਲੱਗਦਾ ਹੁੰਦਾ ਵੀ ਕਦੇ ਕਦੇ ਸ਼ਾਇਦ ਬਹੁਤੇ ਬੰਦਿਆਂ ਨੂੰ ਵਿਆਹ ਇਸ ਕਰਕੇ ਵੀ ਨਹੀਂ ਚੰਗਾ ਲੱਗਦਾ ਕਿਉਂਕਿ ਉਹਨਾਂ ਦੀਆਂ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਆਜ਼ਾਦੀ ਆ ਜਿਹੜੀ ਬਹੁਤ ਤਰ੍ਹਾਂ ਦੀ ਉਹ ਖਤਮ ਹੋ ਜਾਂਦੀ ਆ। ਮੁੱਕ ਦੀ ਗੱਲ ਅਸੀਂ ਇਹ ਕਰ ਸਕਦੇ ਹਾਂ ਵੀ ਮੰਨ ਲਓ ਵੀ ਆਪਾਂ ਦੋਵੇਂ ਇੱਕ ਰਿਲੇਸ਼ਨ 'ਚ ਆ, ਮੈਂ ਉਹ ਚੀਜ਼ਾਂ ਕਰਾਂ ਜਿਹੜੀਆਂ ਮੈਂ ਤੁਹਾਡੀਆਂ ਵੀ ਸਹਿ ਸਕਦੀ ਹਾਂ ਹੈ ਨਾ। ਤੁਸੀਂ ਉਹ ਚੀਜ਼ਾਂ ਕਰੋ ਜਿਹੜੀਆਂ ਕਿ ਮੈਂ ਮਤਲਬ ਵੀ ਮੈਂ ਸਹਿ ਸਕਦਾ। ਇੱਕ ਦੂਜੇ ਦੀ ਜਿਹੜੀ ਚੀਜ਼ ਆਪਾਂ ਸਹਿ ਸਕਦੇ ਹਾਂ ਉਸੇ ਹੱਦ ਤੱਕ ਜਾਓ ਹੈ ਨਾ। ਜੇ ਤੁਸੀਂ ਇਹ ਚੀਜ਼ ਨਹੀਂ ਸਹਿ ਸਕਦੇ ਹੈਗੇ ਕਿ ਤੁਹਾਡੇ ਪਾਰਟਨਰ ਦਾ ਕਿਸੇ ਹੋਰ ਤੁਹਾਡੇ ਤੋਂ ਇਲਾਵਾ ਕਿਸੇ ਹੋਰ ਨਾਲ ਰਿਲੇਸ਼ਨ ਹੋਵੇ ਤਾਂ ਤੁਹਾਨੂੰ ਵੀ ਇਹ ਚੀਜ਼ ਸਮਝਣੀ ਪਊਗੀ ਵੀ ਸਹਿਣਾ ਉਹਨੇ ਵੀ ਨਹੀਂ, ਸਹਿਣਾ ਉਹਦੇ ਲਈ ਵੀ ਸੌਖਾ ਨਹੀਂ ਹੈਗਾ ਵੀ ਕਿ ਉਹਦੇ ਪਾਰਟਨਰ ਦਾ ਵੀ ਬਾਹਰ ਕਿਸੇ ਹੋਰ ਦੇ ਨਾਲ ਰਿਸ਼ਤਾ ਹੋਵੇ ਹੈ ਨਾ। ਪਹਿਲੀ ਗੱਲ ਤਾਂ ਆਪਣੇ ਆਪ ਲਈ ਇਮਾਨਦਾਰ ਰਹੋ। ਦੂਸਰੀ ਗੱਲ, ਜਿਹੜਾ ਬੰਦਾ ਤੁਹਾਡੇ ਲਈ ਸਾਰਾ ਕੁਝ ਕੁਰਬਾਨ ਕਰਕੇ ਛੱਡ ਛਡਾ ਕੇ ਤੁਹਾਡੇ ਘਰ ਆਇਆ ਜਾਂ ਫਿਰ ਜਿਹੜਾ ਬੰਦਾ ਤੁਹਾਨੂੰ ਇੰਨੇ ਚਾਵਾਂ ਦੇ ਨਾਲ ਆਪਦੇ ਘਰੇ ਲੈ ਕੇ ਗਿਆ ਹੈ ਨਾ, ਤੁਸੀਂ ਉਹਦੇ ਨਾਲ ਇਮਾਨਦਾਰ ਰਹੋ ਕਿਉਂਕਿ ਤੁਸੀਂ ਸਾਰੀ ਜ਼ਿੰਦਗੀ ਇੱਕ ਦੂਜੇ ਦੇ ਨਾਲ ਕੱਢਣੀ ਹੁੰਦੀ ਆ ਹੈ ਨਾ। ਤੁਸੀਂ ਦੋਸਤ ਵੀ ਹੋ, ਤੁਸੀਂ ਇੱਕ ਦੂਜੇ ਦੇ ਹਮਸਫਰ ਵੀ ਹੋ, ਤੁਸੀਂ ਇੱਕ ਦੂਜੇ ਦੇ ਲਈ ਉਸ ਜਗ੍ਹਾ 'ਤੇ ਵੀ ਖੜੋਗੇ ਜਿੱਥੇ ਸ਼ਾਇਦ ਕੋਈ ਤੀਜਾ ਨਾ ਖੜ ਸਕਦਾ ਹੋਵੇ ਹੈ ਨਾ। ਫਿਰ ਤੀਸਰੀ ਗੱਲ, ਤੁਸੀਂ ਆਪਣੇ ਬੱਚਿਆਂ ਦੇ ਲਈ ਇੱਕ ਐਗਜ਼ਾਮਪਲ ਹੋ ਕਿਉਂਕਿ ਜਦੋਂ ਉਹ ਆਪਣੀ ਅਗਲੀ ਜ਼ਿੰਦਗੀ ਸ਼ੁਰੂ ਕਰਨਗੇ ਤਾਂ ਉਹ ਹਮੇਸ਼ਾ ਆਪਣੇ ਮਾਂ-ਬਾਪ ਦਾ ਰਿਸ਼ਤਾ ਦੇਖਣਗੇ ਆਪਦੇ ਜਦੋਂ ਕਿਸੇ ਇੱਕ ਰਿਸ਼ਤੇ ਦੇ ਵਿੱਚ ਜਾਣਗੇ ਹੈ ਨਾ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਮੈਨੂੰ ਨਹੀਂ ਲੱਗਦਾ ਵੀ ਸਾਨੂੰ ਬਹੁਤ ਹਲਕੇ ਦੇ ਵਿੱਚ ਲੈਣਾ ਚਾਹੀਦਾ ਇਹਨਾਂ ਚੀਜ਼ਾਂ ਨੂੰ ਵੀ। ਠੀਕ ਆ ਜੇ ਕਿਸੇ ਦਾ ਬਾਹਰ ਕੋਈ ਰਿਲੇਸ਼ਨ ਬਣਦਾ ਹੈ ਜਾਂ ਕੋਈ ਐਕਸਟਰਾ ਮੈਰਿਟਲ ਅਫੇਅਰ ਆ, ਨਜਾਇਜ਼ ਰਿਸ਼ਤਾ ਕਿਸੇ ਦੇ ਨਾਲ, ਵੀ ਇਹਨੂੰ ਅਸੀਂ ਇੰਨਾ ਜ਼ਿਆਦਾ ਉਹ ਕਰੀਏ ਹੈ ਨਾ ਵੀ ਇਹਨੂੰ ਹਾਈਲਾਈਟ ਕਰਨ ਦੀ ਜ਼ਰੂਰਤ ਨਹੀਂ। ਇਹ ਤਾਂ ਹੁੰਦਾ ਹੀ ਰਹਿੰਦਾ ਜਾਂ ਪਹਿਲਾਂ ਵੀ ਹੁੰਦਾ ਸੀ ਜਾਂ ਹੁਣ ਵੀ ਹੁੰਦਾ ਜਾਂ ਅੱਗੇ ਵੀ ਹੁੰਦਾ ਰਹੂਗਾ ਹੈ ਨਾ। ਇਹ ਕੋਈ ਸੈਲੀਬ੍ਰੇਟ ਕਰਨ ਵਾਲੀ ਚੀਜ਼ ਨਹੀਂ ਹੈਗੀ। ਮੈਨੂੰ ਲੱਗਦਾ ਕਿ ਜਿੱਥੇ ਕਿਤੇ ਫੈਮਲੀਜ਼ ਵੀ ਵਿੱਚ ਇਨਵੋਲਵ ਹੁੰਦੀਆਂ ਨੇ ਤਾਂ ਉਹਨਾਂ ਨੂੰ ਵੀ ਇਹ ਨਹੀਂ ਕਹਿਣਾ ਚਾਹੀਦਾ ਹੈਗਾ, ਨੋ ਨੂੰ ਆ ਕੇ ਨਾ ਸਮਝਾਓ ਤੁਸੀਂ ਵੀ ਜੇ ਕੋਈ ਗੱਲ ਨਹੀਂ ਤੂੰ ਤਾਂ ਸਿਆਣੀ ਇਹ ਤਾਂ ਹੈ ਹੀ ਕਮਲਾ, ਜਾਂ ਉਹਨੂੰ ਤੁਸੀਂ ਕਹਿੰਦੇ ਹੋ ਵੀ ਚੱਲ ਗਾਹਾਂ ਨੂੰ ਨਹੀਂ ਇਹ ਕਰੂਗਾ ਨਾ। ਨਹੀਂ, ਉੱਥੇ ਤੁਸੀਂ ਆਪਣੇ ਮੁੰਡੇ ਨੂੰ ਸਮਝਾਓ ਵੀ ਭਾਈ ਅਸੀਂ ਇਸ ਕਰਕੇ ਜ਼ਿੰਮੇਵਾਰੀ ਲਵਾਂਗੇ ਜੇ ਤੂੰ ਸਾਨੂੰ ਇਹਨਾਂ ਚੀਜ਼ਾਂ ਦੀ ਗਾਰੰਟੀ ਦਿੰਦਾ ਵੀ ਲਾਈਫ 'ਚ ਕਦੇ ਇਹ ਚੀਜ਼ਾਂ ਦੁਬਾਰਾ ਨਹੀਂ ਹੋਣਗੀਆਂ। ਉਸੇ ਤਰ੍ਹਾਂ ਹੀ ਜੇ ਕੋਈ ਕੁੜੀ ਇੱਦਾਂ ਦੇ ਕਿਸੇ ਰਸਤੇ 'ਤੇ ਜਾਂਦੀ ਆ ਜਾਂ ਉਹਦਾ ਕੋਈ ਕਿਸੇ ਨਾਲ ਰਿਲੇਸ਼ਨ ਬਣਦਾ ਵਾ ਤਾਂ ਉਹਨੂੰ ਵੀ ਪਹਿਲਾਂ ਇਹ ਤਿੰਨੇ ਚੀਜ਼ਾਂ ਧਿਆਨ 'ਚ ਰੱਖਣੀਆਂ ਚਾਹੀਦੀਆਂ ਨੇ। ਅਤੇ ਦੂਸਰੀ ਗੱਲ, ਉੱਥੇ ਕੁੜੀ ਦੇ ਪੇਰੈਂਟਸ ਨੂੰ ਇਨਵੋਲਵ ਹੋਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਵੀ ਦੇਖ ਤੇਰੇ ਨਾਲ ਬਹੁਤ ਕੁਝ ਜੁੜਿਆ ਹੋਇਆ ਹੈ ਨਾ। ਜੇ ਤੂੰ ਇਸ ਰਸਤੇ 'ਤੇ ਜਾਏਂਗੀ ਤਾਂ ਜਿੰਨਾ ਕੁਝ ਤੇਰੇ ਨਾਲ ਜੁੜਿਆ ਹੋਇਆ ਜਾਂ ਜਿੰਨੇ ਲੋਕ ਤੇਰੇ ਨਾਲ ਜੁੜੇ ਹੋਏ ਨੇ ਉਹ ਸਾਰੇ ਪ੍ਰਭਾਵਿਤ ਹੋਣਗੇ ਇਸ ਚੀਜ਼ ਤੋਂ ਹੈ ਨਾ। ਪ੍ਰਦੀਪ, ਛੋਟੀ ਜਿਹੀ ਗੱਲ ਇੱਕ ਜਿਹੜੀ ਮੈਨੂੰ ਲੱਗਦਾ ਵੀ ਆਪਾਂ ਕਰਨੀ ਭੁੱਲ ਗਏ, ਬਹੁਤ ਜ਼ਿਆਦਾ ਕਈ ਵਾਰੀ ਰਿਸ਼ਤੇ ਹੁੰਦੇ ਵੀ ਨਹੀਂ,
ਮੈਂ ਕਹਿੰਦੀ ਹਾਂ ਜ਼ਿੰਦਗੀਆਂ ਸ਼ੱਕ ਤੇ ਵੀ ਬਰਬਾਦ ਹੋ ਜਾਂਦੀਆਂ ਨੇ ਹਨਾ। ਹੁਣ ਦੇਖੋ ਤੁਸੀਂ ਘਰ ਤੋਂ ਬਾਹਰ ਆਉਂਦੇ ਹੋ, ਤੁਸੀਂ ਆਪਾਂ ਜਿਸ ਫੀਲਡ 'ਚ ਇੱਥੇ ਬਹੁਤ ਸਾਰੇ ਲੋਕਾਂ ਨਾਲ ਤੁਹਾਨੂੰ ਗੱਲਬਾਤ ਕਰਨੀ ਪੈਂਦੀ ਆ ਹਨਾ। ਬਹੁਤ ਸਾਰੇ ਕੰਟੈਕਟ ਨੰਬਰ ਸਾਡੇ ਫੋਨ 'ਚ ਇਹੋ ਜਿਹੇ ਵੀ ਹੁੰਦੇ ਆ ਜਿਨ੍ਹਾਂ ਦਾ ਸਾਨੂੰ ਨਹੀਂ ਪਤਾ ਹੁੰਦਾ ਵੀ ਸ਼ਾਇਦ ਇਹ ਕਿਹਦਾ ਕੰਟੈਕਟ ਆ ਹਨਾ, ਕਿਉਂਕਿ ਤੁਹਾਨੂੰ ਸੇਵ ਕਰਨੇ ਪੈਂਦੇ ਆ, ਤੁਹਾਨੂੰ ਰੱਖਣੇ ਪੈਂਦੇ ਆ। ਇਸੇ ਤਰੀਕੇ ਨਾਲ ਜੇ ਕੋਈ ਬੰਦਾ ਇਹ ਘਰ ਤੋਂ ਬਾਹਰ ਕੰਮ ਕਰਨ ਲਈ ਜਾਂਦਾ, ਉਹਦੇ ਬਹੁਤ ਸਾਰੇ ਲੋਕਾਂ ਨਾਲ ਲਿੰਕ ਹੋ ਸਕਦੇ ਆ, ਕਿਉਂਕਿ ਅੱਜ ਕੱਲ੍ਹ ਉਹ ਜ਼ਮਾਨਾ ਤਾਂ ਹੈ ਨਹੀਂ ਗਾ ਵੀ ਇੱਕ ਜਗ੍ਹਾ ਤੇ ਇਕੱਲੇ ਬੰਦੇ ਹੀ ਕੰਮ ਕਰਦੇ ਆ ਹਨਾ। ਉੱਥੇ ਔਰਤਾਂ ਵੀ ਹੁੰਦੀਆਂ ਨੇ, ਉਹਨਾਂ ਦੇ ਕਲੀਗਸ ਨਾਲ ਉਹਨਾਂ ਦਾ ਬਹੁਤ ਚੰਗਾ ਰਿਲੇਸ਼ਨ ਹੋ ਸਕਦਾ। ਇਹ ਨਹੀਂ ਵੀ ਜੇ ਮੇਰੇ ਹਸਬੈਂਡ ਘਰ ਤੋਂ ਬਾਹਰ ਗਏ ਨੇ, ਉਹ ਕਿਸੇ ਵੀ ਔਰਤ ਨਾਲ ਗੱਲ ਕਰਦੇ ਨੇ ਤਾਂ ਮੈਂ ਸੋਚਾਂ ਵੀ ਨਹੀਂ ਇੱਥੇ ਤਾਂ 100% ਮੇਰਾ ਹੀ ਅਧਿਕਾਰ ਆ, ਇਹ ਕਿਸੇ ਬਸ਼ਰਤੇ ਉਹਨੂੰ ਲੁੱਕ ਕੇ ਨਾ ਗੱਲ ਕਰਨੀ ਪਵੇ। ਸੇਮ ਉਹੀ ਚੀਜ਼ ਉਹਦੀ ਥਿੰਕਿੰਗ ਆ ਜਿਹੜੀ ਮੇਰੇ ਲਈ ਵੀ ਹੋਣੀ ਚਾਹੀਦੀ ਹੈ ਵੀ ਮੈਂ ਵੀ ਘਰ ਤੋਂ ਬਾਹਰ ਕੰਮ ਕਰਨ ਜਾਂਦੀ ਹਾਂ, ਮੇਰਾ ਕਿਸੇ ਨਾਲ ਰਿਸ਼ਤਾ ਜਿਹੜਾ ਸਿਰਫ ਜਾਣ ਪਹਿਚਾਣ ਦਾ ਜਾਂ ਕੰਮਕਾਰ ਦਾ ਵੀ ਹੋ ਸਕਦਾ ਹੈ ਨਾ। ਤੇ ਜਦੋਂ ਉੱਥੇ ਵੀ ਮੈਨੂੰ ਲੱਗਦਾ ਵੀ ਅਸੀਂ 24 ਘੰਟੇ ਇੱਕ ਨਜ਼ਰ ਰੱਖਣ ਲੱਗ ਜਾਂਦੇ ਹਾਂ ਚੀਜ਼ਾਂ ਤੇ ਹੈ ਨਾ, ਵੀ ਵਿਆਹ ਹੋ ਗਿਆ ਮਤਲਬ ਹੁਣ ਤਾਂ ਤੂੰ 100% ਆ ਮੇਰੀ ਮੁੱਠੀ 'ਚ ਆ ਤੇ ਮੈਂ ਮੁੱਠੀ ਬੰਦ ਕਰ ਲਈ ਹੈ ਨਾ। ਉੱਥੇ ਵੀ ਫਿਰ ਬਹੁਤ ਕੁਛ ਆ ਜਿਹੜਾ ਐਵੇਂ ਦਾ ਵਾਪਰਨਾ ਸ਼ੁਰੂ ਹੋ ਜਾਂਦਾ ਵੀ ਬੰਦਾ ਸਮਝਦਾ ਵੀ ਲੈ ਤੂੰ ਸ਼ੱਕ ਤਾਂ ਫਿਰ ਮੇਰੇ ਤੇ ਕਰਦਾ ਹੀ ਆ ਹਨਾ, ਵੀ ਤੂੰ ਮੈਨੂੰ ਕਦੀ ਕਲੀਨ ਇਮੇਜ 'ਚ ਤਾਂ ਰੱਖ ਹੀ ਨਹੀਂ ਸਕਦਾ। ਫਿਰ ਉੱਥੇ ਬੰਦਾ ਵੀ ਇਹੋ ਜਿਹੀਆਂ ਚੀਜ਼ਾਂ ਕਰਦਾ ਤੇ ਔਰਤ ਵੀ, ਕਿਉਂਕਿ ਮੇਰੀ ਇੱਕ ਫਰੈਂਡ ਆ ਉਹ ਕੈਨੇਡਾ ਰਹਿੰਦੀ ਆ ਹਨਾ, ਉਹਨੇ ਮੈਨੂੰ ਕਿਹਾ ਸੀਗਾ ਵੀ ਕਈ ਵਾਰੀ ਤੁਹਾਨੂੰ ਵਿਆਹ ਦੇ 20 ਜਾਂ 25 ਸਾਲ ਬਾਅਦ ਪਤਾ ਲੱਗਦਾ ਵੀ ਮੇਰਾ ਇਹਦੇ ਨਾਲ ਇੱਕ ਚੀਜ਼ ਇਹੋ ਜਿਹੀ ਵੀ ਸੀ ਜਿਹੜੀ ਮੈਂ ਚਾਹੁੰਦੀ ਸੀ ਵੀ ਇਹ ਮੈਨੂੰ ਮਾਨਸਿਕ ਤੌਰ ਤੇ ਵੀ ਸਮਝੇ ਹੈ ਨਾ, ਵੀ ਉਹ ਮੈਨੂੰ ਉਹਨੇ ਕਦੀ ਸਮਝਿਆ ਨਹੀਂ। ਤੇ ਉਹ ਮਾਨਸਿਕ ਸਕੂਨ ਲਈ ਵੀ ਅਸੀਂ ਕਿਸੇ ਨਾਲ ਬਾਹਰ, ਜਿਵੇਂ ਮੰਨ ਲਓ ਵੀ ਤੁਸੀਂ ਮੇਰੇ ਫਰੈਂਡ ਹੋ, ਆਪਾਂ ਦੋਨੇ ਬਹੁਤ ਜ਼ਿਆਦਾ ਗੱਲ ਕਰਦੇ ਹਾਂ, ਪਰ ਹੋ ਸਕਦਾ ਕਿ ਮੇਰੇ ਇੱਕ ਹੋਰ ਕੁਲੀਗ ਵੀ ਹੋਣ ਜਿਨ੍ਹਾਂ ਨਾਲ ਮੈਂ ਬਹੁਤ ਚੰਗੇ ਤਰੀਕੇ ਨਾਲ ਸ਼ਾਇਦ ਗੱਲ ਕਰ ਸਕਦੀ ਹੋਵਾਂ ਹੈ ਨਾ। ਤੇ ਫਿਰ ਜੇ ਉੱਥੇ ਮੈਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਊਗਾ ਜਾਂ ਮੈਂ ਆਪਣੇ ਪਾਰਟਨਰ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣ ਲੱਗ ਜਾਊਂ ਤਾਂ ਮੈਨੂੰ ਲੱਗਦਾ ਉੱਥੇ ਜਾ ਕੇ ਵੀ ਇਹ ਚੀਜ਼ਾਂ ਫਿਰ ਘਰ ਬਰਬਾਦ ਹੋਣ ਵਾਲੀਆਂ ਬਹੁਤ ਛੇਤੀ ਵਾਪਰਨੀਆਂ ਸ਼ੁਰੂ ਹੋ ਜਾਂਦੀਆਂ ਨੇ। ਗੱਲ ਉੱਥੇ ਹੀ ਆ ਜਾਂਦੀ ਹੈ ਵੀ ਜਦੋਂ ਇਹ ਹੈ ਨਾ ਵੀ ਜਦੋਂ ਸਾਨੂੰ ਚੀਜ਼ਾਂ ਲੁਕਾਉਣ ਦੀ ਲੋੜ ਮਹਿਸੂਸ ਹੁੰਦੀ ਆ ਤਾਂ ਉਹ ਗਲਤੀ ਹੁੰਦੀਆਂ ਨੇਗੀਆਂ। ਮੰਨ ਲਓ ਮੇਰਾ ਕਿਸੇ ਕੁਲੀਗ ਨਾਲ ਬਹੁਤ ਚੰਗਾ ਰਿਲੇਸ਼ਨ ਆ, ਤੁਹਾਡੇ ਨਾਲ ਜਾਂ ਆਪਣੇ ਨਾਲ, ਆਪਣੇ ਤੋਂ ਬਹੁਤ ਛੋਟੀ ਉਮਰ ਦੇ ਮੁੰਡੇ ਵੀ ਕੰਮ ਕਰਦੇ ਨੇ ਜਾਂ ਆਪਣੇ ਤੋਂ ਵੱਡੀ ਉਮਰ ਦੇ ਵੀ ਕੰਮ ਕਰਦੇ ਨੇ, ਮੇਰਾ ਉਹਨਾਂ ਨਾਲ ਬਹੁਤ ਵਧੀਆ ਰਿਸ਼ਤਾ ਵਾ, ਤਾਂ ਉਹ ਰਿਸ਼ਤਾ ਮੈਨੂੰ ਲੁਕਾਉਣ ਦੀ ਲੋੜ ਨਹੀਂ ਪਊਗੀ। ਪਰ ਬਹੁਤੀ ਥਾਵਾਂ 'ਤੇ ਇਹ ਵੀ ਹੁੰਦਾ ਕਿ ਆਪਾਂ ਇਹਨਾਂ ਚੀਜ਼ਾਂ ਦਾ ਵੀ ਐਕਸਕਿਊਜ਼ ਦਿੰਦੇ ਹਾਂ, ਮੈਂ ਇਹ ਮਤਲਬ ਅਸੀਂ ਇਕੱਠੇ ਕੰਮ ਕਰਦੇ ਹਾਂ ਹੈ ਨਾ ਜਾਂ ਕੁਛ ਵੀ ਆ, ਪਰ ਉੱਥੇ ਉਹ ਚੀਜ਼ਾਂ ਲੁਕਾਉਣੀਆਂ ਪੈ ਜਾਂਦੀਆਂ ਨੇ। ਲੁਕਾਉਣ ਦਾ ਮਤਲਬ ਇਹੀ ਹੁੰਦਾ ਵੀ ਕਿਤੇ ਨਾ ਕਿਤੇ ਫਿਰ ਤੁਸੀਂ ਗਲਤ ਹੋ ਨਾ। ਇਹ ਵੀ ਬਿਲਕੁਲ ਠੀਕ ਆ ਤੁਹਾਡੀ ਗੱਲ ਵੀ ਜਦੋਂ ਰਿਸ਼ਤਿਆਂ ਦੇ ਵਿੱਚ ਘੁਟਨ ਮਹਿਸੂਸ ਹੋਣ ਲੱਗ ਜਾਂਦੀ ਆ ਤਾਂ ਉਦੋਂ ਵੀ ਇਦਾਂ ਦੇ ਸਬੱਬ ਬਣਦੇ ਨੇ ਵੀ ਤੁਸੀਂ ਇੱਕ ਰਿਸ਼ਤੇ ਤੋਂ ਬਾਹਰ ਜਾ ਕੇ ਕੋਈ ਹੋਰ ਰਿਸ਼ਤਾ ਬਣਾਉਂਦੇ ਹੋ ਹੈ ਨਾ। ਪਰ ਗੱਲ ਉੱਥੇ ਹੀ ਆ ਵੀ ਇਮਾਨਦਾਰੀ ਸਭ ਤੋਂ ਵੱਡੀ ਚੀਜ਼ ਹੁੰਦੀ ਆ ਹੈ ਨਾ। ਕਿਸੇ ਰਿਸ਼ਤੇ ਨੂੰ ਜਿਵੇਂ ਆਪਾਂ ਦੇਖਿਆ ਸਰਦਾਰਾ ਸਿੰਘ ਜੌਹਲ ਹੋਰਾਂ ਨੇ ਆਪਣੀ 70ਵੀਂ ਐਨੀਵਰਸਰੀ ਸੈਲੀਬ੍ਰੇਟ ਕੀਤੀ ਹੈ ਨਾ, 70 ਸਾਲ ਇੱਕ ਦੂਜੇ ਨੂੰ ਦੇਣੇ, ਮਤਲਬ ਲਾਈਫ 'ਚ ਉਹਨਾਂ ਨੇ ਵੀ ਬਹੁਤ ਕੁਝ ਦੇਖਿਆ ਹੋਣਾ ਹੈ ਨਾ, ਪਰ ਇੱਕ ਉਹਨਾਂ ਦੇ ਜੁੜੇ ਰਹਿਣ ਦਾ ਕੋਈ ਤਾਂ ਇੱਕ ਕਾਰਨ ਹੋਣਾ ਵੀ ਸ਼ਾਇਦ ਉਹਨਾਂ ਨੂੰ ਇੱਕ ਦੂਜੇ 'ਤੇ ਯਕੀਨ ਇੰਨਾ ਸੀਗਾ ਵੀ ਇਹ ਜ਼ਿੰਦਗੀ 'ਚ ਜਿੱਥੇ ਮਰਜ਼ੀ ਰਹੇ, ਜਿੱਥੇ ਮਰਜ਼ੀ ਆਵੇ ਜਾਵੇ, ਜਿਹਦੇ ਨਾਲ ਮਰਜ਼ੀ ਗੱਲ ਕਰੇ ਹੈ ਨਾ, ਵੀ ਪਰ ਮੇਰੇ ਤੋਂ ਇਲਾਵਾ ਇਹ ਕਿਸੇ ਹੋਰ ਦੇ ਲਈ ਉਹ ਭਾਵਨਾਵਾਂ ਨਹੀਂ ਰੱਖੂਗਾ ਹੈ ਨਾ ਜਿਹੜੀਆਂ ਇਹਦੀਆਂ ਮੇਰੇ ਲਈ ਨੇਗੀਆਂ। ਤਾਂ ਮੈਨੂੰ ਲੱਗਦਾ ਵਾ ਕਿ ਖੁਦ 'ਤੇ ਵਿਸ਼ਵਾਸ ਹੋਣਾ ਅਤੇ ਦੂਜੇ 'ਤੇ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਆ ਅਤੇ ਉਸ ਵਿਸ਼ਵਾਸ ਨੂੰ ਸਾਂਭ ਕੇ ਰੱਖਣਾ ਦੋਹਾਂ ਦੀ ਜ਼ਿੰਮੇਵਾਰੀ ਹੁੰਦੀ ਆ ਹੈ ਨਾ। ਸੋ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ ਅਤੇ ਦਰਸ਼ਕਾਂ ਨੂੰ ਵੀ ਇਹੀ ਅਪੀਲ ਹੈ ਕਿ ਇਸ ਵਿਸ਼ੇ ਦੇ ਉੱਪਰ ਤੁਸੀਂ ਹੋਰ ਕੀ ਰਾਏ ਰੱਖਦੇ ਹੋ, ਕਿਉਂਕਿ ਅਸੀਂ ਵੀ ਮੁਕੰਮਲ ਗੱਲਬਾਤ ਕਦੇ ਵੀ ਨਹੀਂ ਕਰ ਪਾਉਂਦੇ ਅਤੇ ਕੋਸ਼ਿਸ਼ ਰਹਿੰਦੀ ਹੈ ਕਿ ਉਸ ਵਿਸ਼ੇ ਨੂੰ ਜ਼ਰੂਰ ਛੇੜਿਆ ਜਾਵੇ ਜਿਹਨੂੰ ਛੇੜਨ ਦੀ ਜ਼ਰੂਰਤ ਆ ਜਾਂ ਜਿਹਦੇ 'ਤੇ ਗੱਲਬਾਤ ਹੋਣੀ ਜ਼ਰੂਰੀ ਹੈ। ਸੋ ਤੁਸੀਂ ਸਾਰੇ ਬਹੁਤ ਸਿਆਣੇ ਹੋ, ਤੁਸੀਂ ਇਸ ਵਿਸ਼ੇ 'ਤੇ ਆਪਣੀ ਕੀ ਰਾਏ ਰੱਖਦੇ ਹੋ ਹਮੇਸ਼ਾ ਦੀ ਤਰ੍ਹਾਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਆ ਕੇ ਜ਼ਰੂਰ ਦੱਸਿਓ। ਮੈਨੂੰ ਗੁਰਦੀਪ ਗਰੇਵਾਲ ਨੂੰ, ਭੈਣ ਰੁਪਿੰਦਰ ਸੰਧੂ ਹੋਰਾਂ ਨੂੰ ਫਿਲਹਾਲ ਦੇ ਲਈ ਇਜਾਜ਼ਤ ਦੇ ਦਿਓ। ਸਤਿ ਸ਼੍ਰੀ ਅਕਾਲ।